ਸੁਮੀਟੋਮੋ ਕੈਮੀਕਲ ਇੰਡੀਆ ਲਿਮਟਿਡ ਕੰਪਨੀ ਵੱਲੋਂ ਤੁਹਾਡਾ ਜੀ ਆਇਆਂ ਆਖਦਾ ਇਸ ਆਨਲਾਈਨ ਸੈਮੀਨਾਰ 'ਚ। ਆਨਲਾਈਨ ਸੈਮੀਨਾਰ ਸਾਡਾ ਜਿਹੜਾ ਮੰਤਵ ਕੰਪਨੀ ਦਾ ਇਹ ਰਿਹਾ ਕਿ ਦੇਖੋ ਪਿਛਲੇ ਕੁਛ ਮਹੀਨਿਆਂ 'ਚੋਂ ਜਿਹੜੀ ਸਮੱਸਿਆ ਆ ਰਹੀ ਆਪਣੀ ਵਿਸ਼ਵ ਵਿਆਪੀ ਸਮੱਸਿਆ ਹੈ ਕਰੋਨਾ ਵਾਇਰਸ ਦੇ ਕਾਰਨ, ਜੇ ਆਪਾਂ ਸਾਰੇ ਡੱਕੇ ਪਏ ਹਾਂ ਘਰਾਂ 'ਚ। ਇੱਕੋ ਹੀ ਕਿੱਤਾ ਇਹੋ ਜਿਹਾ ਜਿੱਥੇ ਜ਼ਿਮੀਦਾਰ ਹਮੇਸ਼ਾ ਉਸਨੇ ਬਾਹਰ ਨਿਕਲਿਆ, ਉਹਨੇ ਵੇਖਿਆ ਕਿ ਬਈ ਖੇਤੀ ਤਾਂ ਕਰਨੀ ਹੈ। ਸਾਰੇ ਲਾਕਡਾਊਨ ਸੀਗੇ, ਪਰ ਜ਼ਿਮੀਦਾਰ ਨੂੰ ਚਿੰਤਾ ਸੀ ਜਿਹੜੀ ਆਪਣੀ ਫਸਲ ਸੀ, ਕਣਕ ਖੜੀ ਸੀਗੀ, ਉਹਨੂੰ ਕਿਵੇਂ ਵਾਢੀ ਕਰਨੀ, ਉਹਦੀ ਕਿਸ ਟਾਈਮ ਕਰਨੀ ਹੈ, ਉਹ ਬਹੁਤ ਅਵਸ਼ਾ ਸੀ। ਫਿਰ ਸਾਨੂੰ ਇਹ ਵੀ ਸੀਗਾ ਕਿ ਬਿਮਾਰੀ ਤੋਂ ਬੰਦਾ ਬਚ ਸਕਦਾ, ਬਟ ਭੁੱਖਾ ਰਹਿ ਨਹੀਂ ਸਕਦਾ ਕਰੇ। ਅਤੇ ਅੰਨਦਾਤਾ ਤੁਸੀਂ ਹੋ, ਬਹੁਤ ਜ਼ਿਆਦਾ ਤੁਹਾਡੀ ਸ਼ਲਾਘਾ ਜੋ ਕੰਮ ਤੁਸੀਂ ਕੀਤਾ, ਬਹੁਤ ਮਿਹਨਤ ਕੀਤੀ ਹੈ ਤੁਸੀਂ। ਉਸ ਦੌਰਾਨ ਬਾਹਰ ਨਿਕਲ ਕੇ ਸਾਰੇ ਅਨਾਜ ਸੰਭਾਲ ਕੀਤੀ ਹੈ ਅਤੇ ਤੁਸੀਂ ਇਸ ਦੇ ਪੂਰੇ ਹੱਕਦਾਰ ਹੋ, ਸ਼ਲਾਘਾ ਦੇ ਹੱਕਦਾਰ ਹੋ। ਧੰਨਵਾਦੀ ਹਾਂ, ਪੂਰਾ ਦੇਸ਼ ਦਾ ਧੰਨਵਾਦੀ ਤੁਹਾਡਾ। ਸਾਨੂੰ ਕਿਸੇ ਨੂੰ ਵੀ ਘਰ ਬੈਠੇ ਨੂੰ ਕੋਈ ਦੁੱਧ ਦੀ ਅਨਾਜ ਦੀ ਕੋਈ ਕਮੀ ਨਹੀਂ ਆਈ। ਬਹੁਤ ਵੱਡਾ ਤੁਹਾਡਾ ਜਿਹੜਾ ਯੋਗਦਾਨ ਰਿਹਾ ਹਮੇਸ਼ਾ। ਜਦੋਂ ਹਾਲਾਤ ਚੇਂਜ ਹੁੰਦੇ ਆ ਕਿਸਾਨ ਵੀਰੋ, ਆਪਾਂ ਨੂੰ ਉਸ ਮੁਤਾਬਿਕ ਚੇਂਜ ਹੋਣਾ ਪੈਂਦਾ ਹੈ। ਅੱਜ ਕੰਪਨੀ ਨੇ ਸੋਚਿਆ ਕਿ ਅਸੀਂ ਤੁਹਾਡੇ ਕੋਲ ਪਹਿਲੇ ਆਉਂਦੇ ਸੀਗੇ, ਮੀਟਿੰਗਾਂ ਕਰਦੇ ਸੀ ਤੁਹਾਡੇ ਕੋਲ ਆ ਕੇ, ਪਿੰਡਾਂ ਤੁਹਾਨੂੰ ਮਿਲੀ ਦਾ, ਤੁਹਾਡੇ ਖੇਤਾਂ ਚਾਹੀਦਾ। ਅੱਜ ਵੀ ਸਾਡੇ ਮੁੰਡੇ ਕੰਮ ਕਰ ਰਹੇ ਆ, ਸਾਡੀ ਪੂਰੀ ਟੀਮ ਕੰਮ ਕਰ ਰਹੀ ਹੈ, ਬਟ ਫਿਰ ਵੀ ਅਸੀਂ ਸਾਨੂੰ ਇਹ ਰਹਿੰਦੀ ਹੈ ਚਿੰਤਾ ਵੀ ਅਸੀਂ ਸੇਫ ਹੀ ਰਹਿਣਾ, ਕਿਉਂਕਿ ਟਾਈਮ ਜਿਹੜਾ ਹੈ ਬਹੁਤ ਜਲਦੀ ਚੇਂਜ ਹੋ ਗਿਆ। ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਕੋਸ਼ਿਸ਼ ਇਹ ਕਰੀਏ ਕਿ ਜਿਹੜਾ ਆਪਣਾ ਮੈਸੇਜ ਹੈ ਜਾਂ ਜਿਹੜੀ ਆਪਾਂ ਵਿਚਾਰ ਆਪਣੇ ਜਿਹੜੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ, ਅਸੀਂ ਕਿਉਂ ਨਾ ਇੱਕ ਲਿਮਟਿਡ ਟਾਈਮ 'ਚ ਦੇ ਸਕੀਏ, ਆਪਾਂ ਨੂੰ ਵੱਧ ਤੋਂ ਵੱਧ ਜ਼ਿਮੀਦਾਰ ਸੁਣ ਸਕਣ। ਕਿਉਂਕਿ ਪਹਿਲੇ ਵੇਖਿਆ ਤੁਸੀਂ ਅਪ੍ਰੈਲ ਦਾ ਮਹੀਨਾ ਚਲਾ ਗਿਆ, ਮਈ ਦਾ ਮਹੀਨਾ ਚਲਾ ਗਿਆ, ਐਸਾ ਕਾਫੀ ਟਾਈਮ ਜਿਹੜਾ ਆਪਣਾ ਹੈਗਾ ਉਹ ਇੱਥੇ ਵਿਅਰਥ ਚਲਾ ਗਿਆ। ਬਟ ਜਿਹੜਾ ਜ਼ਿਮੀਦਾਰ ਹੈ ਉਹਨੂੰ ਪੂਰੀ ਸਮਝ ਵੀ ਹੈ ਖੇਤੀ ਦੀ, ਬਟ ਅਸੀਂ ਕੀ ਕਰਦੇ ਹਾਂ ਜਦੋਂ ਵਿਚਾਰ ਕਰਦੇ ਹਾਂ ਅਤੇ ਕੋਈ ਚੀਜ਼ਾਂ ਜਿਹੜੀਆਂ ਆਪਾਂ ਭੁੱਲ ਜਾਂਦੇ ਹਾਂ ਕਈ ਵਾਰੀ, ਉਹਨੂੰ ਯਾਦ ਆ ਜਾਂਦੀਆਂ। ਸੁਮੀਟੋਮੋ ਕੰਪਨੀ ਦਾ ਇਹ ਹਮੇਸ਼ਾ ਉਦੇਸ਼ ਰਿਹਾ, ਤੁਹਾਡੀ ਜਾਣੀ ਪਛਾਣੀ ਕੰਪਨੀ ਹੈ, ਜਾਣੇ ਤੁਹਾਡੇ ਕੋਲ ਪ੍ਰੋਡਕਟ ਸਾਰੇ ਆਪਾਂ ਯੂਜ਼ ਕਰ ਰਹੇ ਹਾਂ, ਬਟ ਫਿਰ ਕਿੱਦਾਂ ਕੰਪਨੀ ਦਾ ਇਹ ਮੁੱਖ ਮੁੱਦਾ ਰਿਹਾ ਕਿ ਅਸੀਂ ਕਿਉਂ ਨਾ ਕਿਸਾਨਾਂ ਨੂੰ ਜਿਹੜੇ ਆਪਾਂ ਵਿਚਾਰ ਆਪਣੇ ਸਾਂਝੇ ਕਰੀਏ ਇਸ ਟਾਈਮ। ਕਿਉਂਕਿ ਇਹ ਟਾਈਮ ਪੂਰਾ ਮੈਨੂੰ ਪਤਾ ਹੈ ਕਿ ਇਸ ਟਾਈਮ ਮੇਰਾ ਵੀਰ ਕਿਸਾਨ ਵੀ ਜਿਹੜਾ ਹੈਗਾ ਉਹ ਖੇਤਾਂ 'ਚੋਂ ਵਾਪਸ ਘਰ ਆਇਆ ਹੋਏਗਾ। ਕੁਝ ਕੱਦੂ ਕਰ ਰਹੇ ਹੋਣਗੇ, ਕੁਝ ਕੱਦੂ ਕਰਨ ਜਾਣੇ ਕਿਸੇ ਨੇ, ਇਹਨੇ ਖੇਤਾਂ 'ਚ ਪਾਣੀ ਲਾਉਣਾ, ਲਾਈਟ ਦੀ ਸਮੱਸਿਆ ਵੀ ਹੈ, ਲਾਈਟ ਆਏਗੀ ਅਤੇ ਪਾਣੀ ਲਾਉਣਾ ਕਿਆਰੇ ਭਰਨੇ ਜ਼ਰੂਰੀ ਹੈ। ਨਾਲ ਦੇ ਨਾਲ ਜਿਹੜੀ ਮੇਨ ਸਮੱਸਿਆ ਆਈ ਹੈ ਇਸ ਟਾਈਮ ਉਹ ਹੈ ਲੇਬਰ ਦੀ। ਲੇਬਰ ਦੇ ਜਿਹੜੀ ਕਮੀ ਦੇ ਕਾਰਨ ਜ਼ਿਮੀਦਾਰ ਨੂੰ ਆਪਣਾ ਕੋਈ ਸਿਸਟਮ ਚੇਂਜ ਕਰਨਾ ਪਿਆ। ਜਿਵੇਂ ਉਹ ਖੇਤੀ ਕਰਦਾ ਸੀ, ਆਪਾਂ ਆਪਣੀ ਪਨੀਰ ਲਾਉਂਦੇ ਹਾਂ, ਫਿਰ ਕੱਦੂ ਕਰਦੇ ਹਾਂ, ਖੇਤਾਂ 'ਚ ਝੋਨਾ ਲਾਉਂਦੇ ਹਾਂ ਆਪਾਂ। ਇਸ ਵਾਰ ਬਹੁਤ ਅਗਾਂਹ ਵੱਧ ਕੇ ਜ਼ਿਮੀਦਾਰ ਨੇ ਇੱਕ ਜਿਹੜਾ ਮੈਥਡ ਅਪਣਾਇਆ DSR, ਉਹ ਜ਼ਿਆਦਾ ਕਾਫੀ ਰਕਬਾ ਹੇਠਾਂ GSR ਤੱਕ ਆਇਆ, ਜਿਹਨੂੰ ਆਪਾਂ ਕਹਿੰਦੇ ਸਿੱਧੀ ਬਿਜਾਈ। ਪਹਿਲੇ ਜਿਹੜਾ ਕੀ ਸੀਗਾ ਕਿ ਸਿੱਧੀ ਬਿਜਾਈ ਕੁਝ ਜ਼ਿਮੀਦਾਰ ਕਰਦੇ ਸੀਗੇ, ਜਿਹੜੀ ਸਮੱਸਿਆਵਾਂ ਬਹੁਤ ਸੀ ਉਹ 'ਚ, ਅਤੇ ਹੁਣ ਜਿਹੜਾ ਸਮੱਸਿਆ ਦਾ ਜਿਹੜਾ ਹੈਗਾ ਹੱਲ ਉਹ ਲੱਭ ਲਿਆ ਗਿਆ ਵੈ। ਅਜੇ ਮੈਂ ਕਈ ਖੇਤਾਂ 'ਚ ਆ ਕੇ ਵੇਖਿਆ, ਇਸ ਵਾਰੀ ਪੂਰਾ ਘੁੰਮਿਆ ਮੈਂ ਕਿਹਾ ਜ਼ਿਮੀਦਾਰ ਜਿਹੜਾ ਵੈ ਸਿੱਧੀ ਬਿਜਾਈ ਵੱਲ ਬਹੁਤ ਆਇਆ। ਕਿਸੇ ਜ਼ਿਮੀਦਾਰ ਨੇ 100 ਕਿੱਲੇ ਨੂੰ 60 ਕਿੱਲੇ ਵੀ ਲਾਇਆ, ਕਿਸੇ ਨੇ 30 ਕਿੱਲੇ ਉਹਨੇ 10 ਕਿੱਲੇ ਲਾਏ ਆ, ਬਟ ਲਾਏ ਹੈ, ਕਾਫੀ ਲੋਕਾਂ ਨੇ ਲਾਏ ਹੈ ਔਰ ਉਹ ਸੰਤੁਸ਼ਟ ਪਾਏ ਗਏ ਹੈ। ਅਤੇ ਆਪਣੀ ਹੁਣ ਜਿਹੜੀ ਖੇਤੀ ਹੈ ਉਹ ਕਈਆਂ ਨੇ ਬੈੱਡਾਂ 'ਚ ਲਾਏ, ਆਪਣੇ ਬੈੱਡ ਦੇ ਉੱਪਰ ਆਪਣਾ ਝੋਨਾ ਬੀਜਿਆ, ਕਈਆਂ ਨੇ ਸਿੱਧੀ ਬਿਜਾਈ ਵੀ ਕੀਤੀ ਗਈ ਹੈ, ਕਈਆਂ ਨੇ ਕਈ ਵਾਰੀ ਟਰਾਂਸਪਲਾਂਟਿੰਗ ਆਪਾਂ ਕਰਦੇ ਹਾਂ ਉਹ ਕਰ ਹੀ ਰਹੇ ਹਾਂ ਨਵੇਂ ਤਰੀਕੇ ਨਾਲ। ਵੱਡੀ ਗੱਲ ਇਹ ਹੈ ਕਿ ਇਸ ਵਾਰੀ ਜਿਹੜਾ ਮੌਸਮ ਹੈ ਉਹ ਸਾਡੇ ਅਨੁਕੂਲ ਹੈ। ਆਪਣੀ ਜਿਹੜੀਆਂ ਕੈਲਾ 'ਚ ਦਸਤਕ ਮਿਲ ਗਈ ਹੈ, ਪਹਿਲੇ ਮੌਨਸੂਨ ਦੀ ਬੁਛਾਰ ਆ ਚੁੱਕੀ ਹੈ, ਅੱਗੇ ਵੱਧ ਰਿਹਾ, ਮੌਨਸੂਨ ਟਾਈਮ 'ਤੇ ਆ ਰਿਹਾ, ਵੱਧ ਚੁੱਕਿਆ, ਇਨਫੈਕਟ ਕਾਫੀ ਜਗ੍ਹਾ ਮੀਂਹ ਪੈ ਚੁੱਕਿਆ ਹੈ। ਆਪਣੇ ਵੀ ਇਸ ਵੀਕ 'ਚ ਪੂਰਾ ਐਕਸਪੈਕਟਡ ਹੈ ਕਿ ਆਪਣਾ ਆ ਜਾਊਗਾ ਅਤੇ ਜਿਹੜਾ ਪਾਣੀ ਦੀ ਸਮੱਸਿਆ ਦਾ ਕਾਫੀ ਹੱਲ ਹੋ ਜਾਊਗਾ। ਨਾਲ ਦੇ ਨਾਲ ਜ਼ਿਮੀਦਾਰ ਵੀਰੋ, ਜਿਹੜੀ ਝੋਨੇ ਦੀ ਖੇਤੀ ਹੈ ਉਹ ਤੁਹਾਡੇ ਵਾਸਤੇ ਕੋਈ ਨਵੀਂ ਨਹੀਂ ਹੈ। ਜੇ ਆਪਾਂ ਸਭ ਪਿਛੋਕੜ ਜਾਈਏ, ਪਿੱਛੇ ਜਾਈਏ ਥੋੜ੍ਹਾ ਜਿਹਾ, ਅਤੇ ਅਸੀਂ ਵੇਖਣ 'ਚ ਇਹ ਆਇਆ ਕਿ ਪੰਜਾਬ ਅਤੇ ਹਰਿਆਣਾ ਜਾਂ ਪੂਰੇ ਉੱਤਰੀ ਭਾਰਤ 'ਚ ਜਦੋਂ ਹਰਿਤ ਕ੍ਰਾਂਤੀ ਆਈ, ਜਿਹਨੂੰ ਆਪਾਂ ਗ੍ਰੀਨ ਰੈਵੋਲੂਸ਼ਨ ਕਹਿੰਦੇ ਹਾਂ, ਉਸ ਟਾਈਮ ਕੀ ਚੇਂਜਿਸ ਸੀ। 1960 ਤੋਂ ਲੈ ਕੇ 1970 ਵਿੱਚ ਜਦੋਂ ਇਹ ਜਿਹੜਾ ਹਰਿਤ ਕ੍ਰਾਂਤੀ ਆਈ, ਆਪਣੇ ਸਾਰੇ ਜ਼ਿਮੀਦਾਰ ਵੀਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਮਿਹਨਤ ਕਰਕੇ ਜ਼ਮੀਨ ਵਾਹੀ, ਜੇ ਆਪਾਂ ਬਲਦਾਂ ਦੀ ਖੇਤੀ ਕਰਦੇ ਸੀ, ਟਰੈਕਟਰ ਹੈ, ਨਵੇਂ ਬੀਜ ਆਏ, ਨਵੀਆਂ ਖਾਦਾਂ ਯੂਜ਼ ਕੀਤੀਆਂ, ਝਾੜ ਜਿਹੜਾ ਇੰਨਾ ਵਧਾਇਆ ਕਿ ਅੱਜ ਜਿਹੜਾ ਦੇਸ਼ ਹੈ ਉਹ 'ਚ ਅਨਾਜ ਦੇ ਭੰਡਾਰ ਨੇ, ਜਦੋਂ ਕਿ ਅਸੀਂ ਕਹਿੰਦੇ ਸੀ ਕਿ ਸਾਡੇ ਕੋਲ ਅਨਾਜ ਅਸੀਂ ਇੰਪੋਰਟ ਕਰਦੇ ਹਾਂ। ਇਹ ਇੱਕ ਪਹਿਲੂ ਹੈ ਜਿਸ 'ਚ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਜ਼ਿਆਦਾ ਅਨਾਜ ਪੈਦਾ ਕੀਤਾ। ਅੱਜ ਅਸੀਂ ਸਾਡਾ ਦੇਸ਼ ਹੈ ਜਿਹੜਾ ਉਹਨੂੰ ਅਨਾਜ ਮਿਲਦਾ। ਦੂਜੇ ਪਾਸੇ ਸਿੱਕੇ ਦਾ ਦੂਜਾ ਪੱਲੂ ਵੇਖੋ ਜੀ, ਇੱਕ ਪਾਸਾ ਤਾਂ ਬਹੁਤ ਚੰਗਾ, ਦੂਜੇ ਪਾਸੇ ਅਸੀਂ ਕੀ ਗਵਾਇਆ? ਅਸੀਂ ਗਵਾਇਆ ਆਪਣੀ ਜ਼ਮੀਨ ਦੀ ਸਿਹਤ। ਜਿਹੜੀ ਜ਼ਮੀਨ ਦੀ ਸਿਹਤ ਹੈ ਉਹ ਬਹੁਤ ਜ਼ਿਆਦਾ ਆਪਣੀ ਜਿਹੜੀ ਵਿਗੜ ਕਿਵੇਂ ਗਈ? ਖੁਰਾਕੀ ਤੱਤ ਜਿਹੜੇ ਸੀ
ਉਹ ਬੇਲੋੜੇ ਪੈ ਗਏ। ਨਾਲ ਦੀ ਨਾਲ ਤੁਸੀਂ ਵੇਖੋ ਕਿ ਜਦੋਂ ਅੱਜ ਮੈਂ ਕਿ ਅਸੀਂ ਵੇਖਦੇ ਹਾਂ ਕਿ ਇੱਕ ਫਸਲ ਆਪਣੀ ਲੱਗਦੀ ਹੈ, ਦੂਜੀ ਫਸਲ ਅਸੀਂ ਲਾਉਣੀ ਹੈ ਤੇ ਪਹਿਲੀ ਫਸਲ ਵੱਢਦੇ ਪਏ ਆਪਾਂ। ਮੈਂ ਥੋੜ੍ਹੇ ਦਿਨ ਪਹਿਲੇ ਕਿ ਜ਼ਿਮੀਂਦਾਰ ਕੋ ਗਿਆ ਸੀਗਾ, ਉਹ ਕਹਿੰਦੇ ਬਾਈ ਜੀ ਆਪਾਂ ਤੇ ਜਿਹੜੀ ਇਹ ਮੱਕੀ ਸਾਡੀ ਖੜੀ ਹੈ, ਅਸੀਂ ਮੱਕੀ ਵੱਢ ਕੇ ਕੱਲ੍ਹ ਅਸੀਂ ਝੋਨਾ ਲਾਉਣਾ। ਮੈਂ ਟਾਈਮ ਜਿਹੜਾ ਗੈਪ ਹੈ ਬਹੁਤ ਘੱਟ ਗਿਆ। ਤੁਹਾਡੀ ਤੁਹਾਡੇ ਕੋਲ ਵਿੰਡੋ ਹੈ, ਜ਼ਮੀਨ ਅਸੀਂ ਅਗਲੀ ਫਸਲ ਲਈ ਤਿਆਰ ਕਰਨੀ ਹੈ। ਜਦੋਂ ਇੰਨਾ ਪ੍ਰੈਸ਼ਰ ਜ਼ਮੀਨ 'ਚ ਪੈਂਦਾ ਹੈ ਤੇ ਕਿਤੇ ਨਾ ਕਿਤੇ ਜ਼ਮੀਨ ਦੀ ਜਿਹੜੀ ਸਿਹਤ ਹੈ ਉਹ 'ਚ ਫਰਕ ਪੈਂਦਾ ਹੈ। ਇਹ ਆਪਾਂ ਜਿਹੜਾ ਆਪਣਾ ਵਿਸ਼ਾ ਮੇਨ ਹੈਗਾ ਉਹ ਇਹੀ ਹੈ ਕਿ ਜਦੋਂ ਆਪਾਂ ਝੋਨੇ ਦੀ ਬਿਜਾਈ ਕਰ ਰਹੇ ਹਾਂ ਤੇ ਬਿਜਾਈ ਦੇ ਬਾਅਦ ਜਾਂ ਬਿਜਾਈ ਕਰਦੇ ਵੇਲੇ ਸਾਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ। ਜਿਹੜੀ ਗੱਲਾਂ ਆਪਾਂ ਹਮੇਸ਼ਾ ਭੁੱਲ ਜਾਂਦੇ ਹਾਂ, ਨੈਗਲੈਕਟ ਕਰ ਜਾਂਦੇ ਹਾਂ, ਉਹ ਅਸੀਂ ਕਰਦੇ ਹਾਂ ਖੁਰਾਕੀ ਤੱਤਾਂ ਦੀ। ਅਸੀਂ ਖੁਰਾਕੀ ਤੱਤ ਜਦੋਂ ਨਹੀਂ ਪੂਰੇ ਪਾਉਂਦੇ, ਕਿਤੇ ਨਾ ਕਿਤੇ ਆ ਕੇ ਤੇ ਖੁਰਾਕੀ ਤੱਤ ਹੈ ਉਹ ਸਾਡੇ ਝਾੜ 'ਚ ਫਰਕ ਪਾਉਣ ਲੱਗ ਪੈਂਦੇ ਆ, ਜਾਂ ਆਪਣਾ ਜਿਹੜਾ ਜ਼ਮੀਨ ਦਾ ਜਿਹੜਾ ਸੰਤੁਲਨ ਵਿਗੜ ਗਿਆ ਹੈ। ਬਿਮਾਰੀਆਂ ਵੱਧ ਰਹੀਆਂ, ਜ਼ਮੀਨੀ ਬਿਮਾਰੀਆਂ ਬਹੁਤ ਵੱਧ ਗਈਆਂ ਕਿਉਂਕਿ ਅਸੀਂ ਜ਼ਮੀਨ ਨੂੰ ਕੋਈ ਵੇਲ ਨਹੀਂ ਦਿੰਦੇ। ਪ੍ਰੋਬਲਮ ਕੀ ਆਉਂਦੀ ਹੈ ਜਦੋਂ ਜ਼ਮੀਨ ਅਸੀਂ ਵਾਹੁੰਦੇ ਹਾਂ, ਅਸੀਂ ਕੀ ਕਰਦੇ ਹਾਂ ਕੈਮੀਕਲ ਫਰਟੀਲਾਈਜ਼ਰ ਪਾ ਕੇ ਅਸੀਂ ਖੇਤੀ ਕਰਦੇ ਪਏ ਹਾਂ। ਜਿਹੜੀ ਭੌਤਿਕ ਸ਼ਕਤੀ ਜ਼ਮੀਨ ਦੀ ਹੈਗੀ ਹੈ, ਉਹ ਜਿਹੜੀ ਭੌਤਿਕ ਸ਼ਕਤੀ ਹੈ ਪੂਰੀ ਉਹ ਡਿਵੈਲਪ ਨਹੀਂ ਹੋ ਪਾ ਰਹੀ। ਕਾਰਨ ਕੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਜ਼ਮੀਨ ਨੂੰ ਸਮਝਦੇ ਹਾਂ, ਆਪਾਂ ਜੇ ਜੱਟ ਹਾਂ, ਜ਼ਿਮੀਂਦਾਰ ਹਾਂ, ਅਸੀਂ ਦੋ ਚੀਜ਼ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਪਹਿਲੀ ਤਾਂ ਕੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਜ਼ਮੀਨ ਚੰਗੀ, ਦੂਜੀ ਜਿਹੜੀ ਹੈਗੀ ਆਪਣੇ ਕੋਲ ਫਸਲ ਚੰਗੀ, ਮਤਲਬ ਫਸਲ ਜਿਹੜੀ ਵੈਰਾਈਟੀਆਂ। ਅਸੀਂ ਮਾਰਕੀਟ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਸਾਨੂੰ ਵੱਧ ਝਾੜ ਦੀ ਵੈਰਾਈਟੀ ਚਾਹੀਦੀ ਹੈ, ਅਸੀਂ ਲੱਭਦੇ ਹਾਂ ਵੈਰਾਈਟੀਆਂ ਜਿਸ 'ਚ ਵੱਧ ਝਾੜ ਹੋਵੇ। ਮੈਂ ਵੇਖਣ ਵਾਲੀ ਗੱਲ ਹੈ ਕਿ ਜਿਹੜੇ ਵੱਧ ਝਾੜ ਦੀ ਵੈਰਾਈਟੀਆਂ ਉਹਦੇ 'ਚ ਕੀ ਪ੍ਰੋਬਲਮ ਆਉਂਦੀ ਹੈ ਕਿ ਵੱਧ ਝਾੜ ਦੀ ਵੈਰਾਈਟੀ ਮਤਲਬ ਕਿ ਵੱਧ ਖਾਦ ਤੇ ਵੱਧ ਖੁਰਾਕ ਮੰਗਦੀ ਹੈ। ਉਸ ਕਾਰਨ ਸਾਨੂੰ ਇਹ ਜਿਹੜਾ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਔਰ ਜ਼ਮੀਨ ਕੀ ਹੈ? ਇੱਕ ਬੈਂਕ ਹੈ। ਜ਼ਮੀਨ 'ਚ ਬੈਂਕ ਮਤਲਬ ਕਿ ਜੇ ਅਸੀਂ ਜ਼ਮੀਨ 'ਚ ਜੇ ਆਪਾਂ ਬੈਂਕ 'ਚ ਇਕੱਠੇ ਨਹੀਂ ਕਰਦੇ, ਅਸੀਂ ਵਾਪਸ ਪੈਸਾ ਨਹੀਂ ਇਕੱਠਾ ਕਰਦੇ ਬੈਂਕ 'ਚ, ਤੇ ਕੀ ਹੋਏਗਾ ਅੱਗੇ ਆ ਕੇ ਕਿ ਅਸੀਂ ਘਟਾਉਂਦੇ ਪਏ ਹਾਂ। ਜੋ ਘਟਾਉਂਦੇ ਪਏ ਹਾਂ ਅੱਗੇ ਜਾ ਕੇ ਆਪਣਾ ਬੈਂਕ ਜਿਹੜਾ ਖਾਲੀ ਹੋ ਜਾਊਗਾ। ਆਪਾਂ ਨੂੰ ਜ਼ਮੀਨ 'ਚ ਜਿਹੜਾ ਹੈ ਉਹ ਅਸੀਂ ਦੁਬਾਰਾ ਭਰਪੂਰ ਖਾਦਾਂ ਪਾ ਕੇ, ਸੰਤੁਲਿਤ ਖਾਦਾਂ ਪਾ ਕੇ ਜ਼ਮੀਨ ਸੈੱਟ ਕਰ ਸਕਦੇ ਹਾਂ। ਜਿਵੇਂ ਮੰਨ ਕੇ ਚੱਲੋ ਜੀ ਝੋਨਾ ਕਣਕ ਦੀ ਫਸਲ ਹੈ। ਝੋਨੇ ਕਣਕ ਦੀ ਫਸਲ ਜਿਹੜੀ ਹੈ ਇੱਕ ਸਾਲ 'ਚ 170 ਤੋਂ 180 ਕਿਲੋ NPK ਲੈ ਲੈਂਦੀ ਹੈ। ਉਹ ਅਸੀਂ ਪਾਉਂਦੇ ਹਾਂ। ਕੁਛ ਤੱਤ ਇਹੋ ਜਿਹੇ ਖੁਰਾਕੀ ਤੱਤ ਨੇ ਜਿਹੜੇ ਅਸੀਂ ਨਹੀਂ ਪਾਉਂਦੇ, ਉਹ ਖਿੱਚਦੇ ਹਾਂ। ਹੁਣ ਪਹਿਲੇ ਸਮਝਣਾ ਇਹ ਜ਼ਰੂਰੀ ਹੈ ਕਿ ਅਸੀਂ ਕੀ ਕਰਦੇ ਹਾਂ ਜਦੋਂ ਫਸਲ ਲਾਉਂਦੇ ਹਾਂ ਤੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੋ ਕੋਈ ਪੀਲਾ ਪੱਤਾ ਹੋ ਗਿਆ, ਅਸੀਂ ਸੋਚਦੇ ਹਾਂ ਯੂਰੀਆ ਦੀ ਘਾਟ ਹੈ। ਅਸੀਂ ਜੋ ਯੂਰੀਆ ਬੇਲੋੜਾ ਪਾਉਂਦੇ ਹਾਂ, ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਯੂਰੀਆ ਦੇ ਨਾਲ ਜਿਹੜਾ ਹੈ ਬਿਮਾਰੀਆਂ ਦਾ ਅਸੀਂ ਨਿਯੋਤਾ ਦਿੰਦੇ ਹਾਂ, ਬਿਮਾਰੀਆਂ ਨੂੰ, ਕੀੜਿਆਂ ਨੂੰ। ਤੇ ਇਹ ਸਾਡੇ ਲਈ ਬੜੀ ਵੱਡੀ ਸਮੱਸਿਆ ਹੈ। ਪਹਿਲੇ ਤਾਂ ਜਾਣੋ ਕਿ ਜਿਹੜੇ ਤੱਤ ਨਾਈਟ੍ਰੋਜਨ ਹੈ, ਆਪਾਂ ਇਹ ਕਹਿੰਦੇ ਹਾਂ 16 ਜ਼ਰੂਰੀ ਤੱਤ ਨੇ ਆਪਣੇ। ਉਹ 'ਚੋਂ ਜਿਹੜਾ ਕਾਰਬਨ, ਹਾਈਡਰੋਜਨ, ਆਕਸੀਜਨ ਹੈ ਉਹ ਆਪਾਂ ਨੂੰ ਹਵਾ ਤੇ ਪਾਣੀ ਰਾਹੀਂ ਮਿਲ ਜਾਂਦਾ ਹੈ। ਜਿਹੜੇ ਬਾਕੀ ਤੱਤ ਨੇ NPK ਜਿਵੇਂ ਆਪਾਂ ਕਹਿੰਦੇ ਹਾਂ, ਅਸੀਂ ਯੂਰੀਆ, ਡਾਇਆ ਤੇ ਪੋਟਾਸ਼ ਪਾਉਂਦੇ ਹਾਂ। ਉਸ ਤੋਂ ਬਾਅਦ ਕੁਝ ਇਹੋ ਜਿਹੇ ਤੱਤ ਨੇ ਜਿਹੜੇ ਬਚੇ ਪਏ ਆ, ਉਹ ਕੀ ਨੇ? ਉਹ 'ਚ ਜਿਹੜਾ ਮੁੱਖ ਤੱਤ ਹੈ ਅਸੀਂ ਉਹਦੀ ਗੱਲ ਕਰਾਂਗੇ ਅੱਜ, ਜਿਹੜੇ ਅਸੀਂ ਭੁੱਲ ਜਾਂਦੇ ਹਾਂ। ਨਾਈਟ੍ਰੋਜਨ ਦੀ ਘਾਟ ਜਿਹੜੀ ਹੈ ਉਹ ਆਉਂਦੀ ਪੁਰਾਣੇ ਪੱਤਿਆਂ 'ਚ, ਉਹ ਹੇਠਲੇ ਪੱਤੇ ਜਾਂਦੀ ਹੈ। ਨਾਈਟ੍ਰੋਜਨ ਦਾ ਕੰਮ ਕੀ ਹੁੰਦਾ ਹੈ? ਜਿਹੜਾ ਝੋਨਾ ਇਨੀਸ਼ੀਅਲੀ ਬੂਝਾ ਮਾਰਦਾ ਹੈ, ਫੈਲਾਵ ਕਰਦਾ ਹੈ, ਜੜ ਦੀ ਬੜੋਤੀ ਹੁੰਦੀ ਉਹ ਨਾਈਟ੍ਰੋਜਨ ਕਰਨ ਹੁੰਦੀ ਹੈ। ਉਹਦੀ ਹਾਈਟ ਜਾਂ ਕੱਦ ਕਰਦੇ ਆਪਾਂ ਗੱਲ ਕਰਦੇ ਹਾਂ, ਨਾਈਟ੍ਰੋਜਨ ਬਹੁਤ ਜ਼ਰੂਰੀ ਹੈ। ਜੇ ਨਾਈਟ੍ਰੋਜਨ ਘੱਟ ਪਾਓਗੇ ਤਾਂ ਉਹਦੇ ਟਿਲਰ ਘੱਟ ਜਾਣਗੇ, ਉਹਦੀ ਹਾਈਟ 'ਚ ਫਰਕ ਪਏਗਾ। ਪਰ ਜੇ ਨਾਈਟ੍ਰੋਜਨ ਅਸੀਂ ਵੱਧ ਪਾਓਗੇ, ਜੇ ਵੱਧ ਪੈ ਗਿਆ ਤਾਂ ਉਹਦੇ ਕਾਰਨ ਵੀ ਇਹ ਫਰਕ ਪੈਣਾ, ਟਿਲਰ ਸਾਡੇ ਘੱਟ ਜਾਣੇ ਆ, ਉਹ ਸਾਨੂੰ ਨੁਕਸਾਨ ਕਰਨਗੇ। ਵੱਧ ਤੇ ਘੱਟ ਦੋਵਾਂ ਪਾਸੇ ਸਾਨੂੰ ਨੁਕਸਾਨ ਹੈ। ਇਸ ਲਈ ਕੋਸ਼ਿਸ਼ ਇਹ ਕਰੋ ਕਿ ਜਿੰਨੀ ਆਪਟੀਮਮ ਲੈਵਲ ਜਿੰਨਾ ਕਿ ਆਪਾਂ ਨੂੰ ਪਾਉਣਾ ਚਾਹੀਦਾ ਹੈ, ਜ਼ਮੀਨ ਦੇ ਮੁਤਾਬਿਕ ਆਪਾਂ ਨੂੰ ਪਾਉਣਾ ਚਾਹੀਦਾ। ਦੂਜਾ ਆਪਾਂ ਪਾਉਂਦੇ ਹਾਂ ਫਾਸਫੋਰਸ ਜਾਂ ਡਾਇਆ ਪਾਉਂਦੇ ਹਾਂ, ਸੁਪਰ ਪਾਉਂਦੇ ਹਾਂ। ਜੇ ਕਣਕ 'ਚ ਤੁਸੀਂ DAP ਪਾਇਆ, ਕੁਛ ਪਾਇਆ, ਤੁਹਾਨੂੰ ਕੋਈ ਲੋੜ ਨਹੀਂ ਐਕਸਟਰਾ ਖਾਦ ਪਾਉਣ ਦੀ, ਕਿਉਂਕਿ ਖੜੇ ਝੋਨੇ 'ਚ, ਖੜੇ ਪਾਣੀ 'ਚ, ਝੋਨੇ 'ਚ ਕੀ ਹੁੰਦਾ ਹੈ ਕਿ ਗਰਮੀ ਕਾਰਨ ਜਿਹੜਾ DAP ਖੁਰ ਜਾਂਦਾ ਹੈ। ਖੁਰ ਕੇ ਜਿੰਨੀ ਕੋਈ ਲੋੜ ਹੈਗੀ ਹੈ ਫਸਲ ਨੂੰ ਮਿਲ ਜਾਂਦਾ ਹੈ। ਉਹ ਜਿਹੜੀ ਫਸਲ ਹੁੰਦੀ ਹੈ ਉਹ ਸਾਰੀ ਜਿਹੜੀ ਫਾਸਫੋਰਸ ਹੈ ਉਹ ਆਪਣੀ ਖਿੱਚ ਕੇ ਪਲਾਂਟ ਆਪਣੇ ਬੂਟੇ ਅੰਦਰ ਸਮਾ ਲੈਂਦੀ, ਆਪਣੇ ਆਪ ਨੂੰ ਸੋਖ ਲੈਂਦੀ ਹੈ। ਉਹਦੇ ਬਾਅਦ ਫਾਸਫੋਰਸ ਦਾ ਕੰਮ ਕੀ ਹੁੰਦਾ ਹੈ? ਫਾਸਫੋਰਸ ਦਾ ਕੰਮ ਇਹ ਹੁੰਦਾ ਬਾਈ ਜੀ ਕਿ ਆਪਾਂ ਨੂੰ ਇਹ ਜਿਹੜੀ ਫਾਸਫੋਰਸ ਹੈ, ਦਾਣੇ ਦਾ ਜੋ ਮੋਟਾ ਕਹਿੰਦੇ ਆ ਭਾਰਾਪਨ ਹੈ, ਉਹਦੇ ਵਾਸਤੇ ਜ਼ਰੂਰਤ ਪੈਂਦੀ ਫਾਸਫੋਰਸ ਦੀ। ਆਪਾਂ ਨੂੰ ਜਿਹੜੀ ਜੜ ਹੈ, ਜੜ ਦਾ ਫੈਲਾਅ ਵੀ ਫਾਸਫੋਰਸ ਕਰਨ ਹੁੰਦਾ। ਅਗਲਾ ਮੁੱਖ ਤੱਤ ਹੈ ਪੋਟਾਸ਼। ਪੋਟਾਸ਼ ਦਾ ਕੰਮ ਕੀ ਹੈ ਕਿ ਪੋਟਾਸ਼ ਜਿਹੜਾ ਹੈ ਉਹ ਸਾਡੇ ਜਿਹੜੇ ਦਾਣੇ ਦੀ ਤਾਕਤ ਹੈ, ਸਟਰੈਂਥ ਹੈ, ਉਹਦੇ ਮਜ਼ਬੂਤੀ ਵਾਸਤੇ ਹੈ। ਪੱਤੇ ਦਾ ਜਿਹੜਾ ਆਪਾਂ ਕਹਿੰਦੇ ਹਾਂ ਕਿ ਜਿਹੜੇ ਛਿੱਦਰ ਹੁੰਦੇ ਜਿਹੜੇ ਉਹ 'ਚ ਸਾਰੇ ਹੁੰਦੇ ਆ ਜਿੱਥੇ ਆਪਣਾ ਐਕਸਚੇਂਜ, ਗੈਸਿਸ ਦਾ ਐਕਸਚੇਂਜ ਦਾ ਉਹ ਕੰਮ ਪੋਟਾਸ਼ ਕਰਦਾ। ਅਤੇ ਜਿਹੜਾ ਝਾੜ 'ਚ ਬਹੁਤ ਵੱਡਾ ਰੋਲ ਪੋਟਾਸ਼ ਦਾ। ਜੇ ਨਾਈਟ੍ਰੋਜਨ ਫਾਸਫੋਰਸ ਦੀ ਪਾ ਲਈ, ਪੋਟਾਸ਼ ਦੀ ਪਾਓਗੇ ਤਾਂ ਕੀ ਹੋਏਗਾ ਕਿ ਜਿਹੜਾ ਪੋਟਾਸ਼ ਕਾਰਨ ਜਿਹੜਾ ਹੈ ਉਹ NPK ਜਿਹੜਾ ਪ੍ਰੋਪਰ ਕੰਮ ਨਹੀਂ ਕਰੂਗਾ। ਹੁਣ ਜਿਹੜਾ ਮੁੱਖ ਤੱਤ ਹੈ, ਜਿਹੜਾ ਬਹੁਤ ਇੰਪੋਰਟੈਂਟ ਤੱਤ ਹੈ, ਜਿਹੜੀ ਕਿ ਆਪਾਂ ਨੋਟ ਕਰ ਰਹੇ ਹਾਂ, ਉਹ ਇਹ ਕਰ ਰਹੇ ਹਾਂ ਆਪਾਂ ਕਿ ਆਪਾਂ ਨੂੰ ਇਹ ਵੇਖਣਾ ਕਿ ਚੌਥਾ ਤੱਤ ਕਿਹੜਾ ਇੰਪੋਰਟੈਂਟ ਹੈ।
ਜਿਹੜਾ ਆਪਾਂ ਭੁੱਲ ਜਾਂਦੇ ਹਾਂ। ਹੁਣ ਕਈ ਜ਼ਿਮੀਂਦਾਰ ਵੀਰਾਂ ਨੇ ਪਿਛਲੇ ਕੁਝ ਸਾਲਾਂ 'ਚ ਸਮਝ ਲਿਆ, ਉਹਨੂੰ ਪਾ ਰਹੇ ਹੈ। ਜਿਹੜੇ ਨਹੀਂ ਪਾ ਰਹੇ ਉਹਨੂੰ ਦੱਸਣਾ ਬਹੁਤ ਜ਼ਰੂਰੀ ਹੈ। ਜਿਹੜਾ ਚੌਥਾ ਤੱਤ ਹੈਗਾ ਉਹ ਆਪਾਂ ਨੂੰ, ਜਿਹਨੂੰ ਆਪਾਂ ਕਹਿੰਦੇ ਹਾਂ ਸਲਫਰ। ਜੇ ਸਲਫਰ ਕਹਿੰਦੇ ਆ, ਸਲਫਰ ਦਾ ਕੰਮ ਕੀ ਹੈ? ਜਿਹੜਾ ਹਰਾਪਨ ਆਪਾਂ ਵੇਖਿਆ ਪੱਤਿਆਂ 'ਚ, ਇਹ ਸਾਰਾ ਹਰਾਪਨ ਜਿਹੜਾ ਕਲੋਰੋਫਿਲ ਆਪਾਂ ਜਿਹਨੂੰ ਕਹਿੰਦੇ ਆ, ਇਹ ਸਾਰਾ ਕਲੋਰੋਫਿਲ ਦਾ ਜਿਹੜਾ ਮੇਨ ਹਿੱਸਾ ਤਿਆਰ ਕਰਦਾ ਉਹ ਸਲਫਰ ਹੀ ਕਰਦਾ। ਅਮਾਈਨੋ ਐਸਿਡਸ ਤਿਆਰ ਕਰਦੇ ਨੇ, ਪ੍ਰੋਟੀਨਸ ਬਣਦੇ ਆ, ਸਟਾਰਚ ਬਣਦੇ ਆ, ਜਿਹਦੇ ਬੂਟਾ એનર્ਜੀ ਆਉਂਦੀ ਹੈ, ਬੂਟਾ ਵੱਧਦਾ ਹੈ। ਉਹ ਸਾਰਾ ਕੰਮ ਜਿਹੜਾ ਕੰਮ ਕਰਦਾ ਸਲਫਰ। ਜੇ ਸਲਫਰ ਦੀ ਘਾਟ ਰਹਿ ਗਈ ਤੇ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ NPK ਦਾ ਖਰਚਾ ਬਹੁਤ ਕਰ ਲਿਆ, ਤੁਸੀਂ ਬਹੁਤ ਖਾਦਾਂ ਤੇ ਬੇਲੋੜੀ ਖਾਦਾਂ ਤੇ ਖਰਚਾ ਕੀਤਾ, ਉਹ ਸਾਰਾ ਵਿਅਰਥ ਹੈ। ਕਿਉਂਕਿ ਜੇ ਸਬਜ਼ੀ ਤਿਆਰ ਕਰ ਲਈ, ਠੀਕ ਹੈ, ਬਹੁਤ ਸਵਾਦ ਸਬਜ਼ੀ, ਖਾਣਾ ਬਹੁਤ ਤਿਆਰ ਹੈ, ਜੇ ਨਮਕ ਆਪਾਂ ਨਹੀਂ ਪਾਉਂਦੇ ਤਾਂ ਆਪਾਂ ਕੀ ਕਰਦੇ ਹਾਂ? ਉਹਦਾ ਸਾਰਾ ਸਵਾਦ ਖਤਮ ਹੋ ਜਾਂਦਾ। ਇਹ ਸਾਰੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਤਾਂ ਹੀ ਕੰਮ ਕਰਨਗੇ ਬੂਟੇ ਅੰਦਰ ਜੇ ਆਪਾਂ ਚੌਥਾ ਇੰਪੋਰਟੈਂਟ ਤੱਤ ਜਿਹੜਾ ਹੈ ਸਲਫਰ, ਉਹ ਜ਼ਮੀਨ 'ਚ ਪਾਉਂਦੇ ਆਪਾਂ। ਸਲਫਰ ਕਾਰਨ ਕੀ ਹੋਊਗਾ ਕਿ ਜਿਹੜੇ ਆਪਣੇ ਦਾਣਾ ਹੈ, ਜਿਵੇਂ ਸਪੋਜ਼ ਕੋ ਦਾਣੇ ਦੀ ਜਿਹੜਾ ਮੋਟਾਪਨ ਕਹਿੰਦੇ ਆਪਾਂ, ਭਾਰ ਕਹਿੰਦੇ ਆ, ਉਹ ਆਪਾਂ ਨੂੰ ਕਦੋਂ ਮਿਲਦਾ ਹੈ? ਜਦੋਂ ਆਪਾਂ ਨੂੰ ਫਾਸਫੋਰਸ ਮਿਲਦੀ ਹੈ। ਤੇ ਜ਼ਿਮੀਂਦਾਰ ਵੀ ਜਦੋਂ ਖੇਤ 'ਚ ਜਾਂਦਾ ਹੈ, ਦਾਣੇ ਬਹੁਤ ਚੰਗੇ ਲੱਗਦੇ ਵੇਖਣ, ਗੁੰਜਲਾਂ ਪੂਰੀਆਂ ਭਰੀਆਂ ਪਈਆਂ, ਸਭ ਕੁਝ ਸੈੱਟ ਹੈ, ਬਟ ਜਦੋਂ ਟਰਾਲੀ ਲੈ ਕੇ ਆਉਂਦਾ ਤੇ ਟਰਾਲੀ ਵੇਖਦਾ ਹੈ ਕਿ ਟਰਾਲੀ ਤਾਂ ਆਪਣੀ ਉਹਦੀ ਅੱਧੀ ਰਹਿ ਗਈ, ਸੋਚਦਾ ਸੀ ਪੂਰੀ ਕਰਾਂਗੇ ਆਪਾਂ, ਉਹ ਕੀ ਕਮੀ ਰਹਿ ਗਈ? ਉਹ ਅਸੀਂ ਖੁੰਝ ਗਏ ਕਿਸ ਕਮੀ ਤੋਂ। ਉਹ ਕਮੀ ਕੀ ਹੈ? ਉਹ ਹੈ ਸਲਫਰ। ਹੁਣ ਸਲਫਰ ਪਾਉਣ ਦੇ ਕਈ ਸੋਰਸ ਨੇ, ਰੂੜੀ ਖਾਦ ਪਾਓ, ਕੋਈ ਹੋਰ ਜਿਪਸਮ ਪਾਓ। ਅੱਜ ਤੇ ਵੇਖਿਆ ਕੋਈ ਤੁਹਾਨੂੰ ਪੂਰੀ ਕੁਆਲਿਟੀ ਜਿਪਸਮ ਨਹੀਂ ਮਿਲਦਾ, ਤੁਹਾਨੂੰ ਰੂੜੀ ਖਾਦ ਅਵੇਲੇਬਲ ਨਹੀਂ ਗੀ। ਜੋ ਅਵੇਲੇਬਲ ਨਹੀਂ ਤਾਂ ਸਰਕਾਰ ਨੇ ਤੇ ਯੂਨੀਵਰਸਿਟੀ ਨੇ ਮਾਨਤਾ ਦਿੱਤੀ ਹੈ ਕਿ ਤੁਸੀਂ ਇੱਕ ਸਲਫਰ ਜਿਹੜਾ ਖਾਦ ਦੇ ਰੂਪ 'ਚ ਆਉਂਦਾ ਤੁਸੀਂ ਪਾਓ। ਸੁਮੀਟੋਮੋ ਕੰਪਨੀ ਕਈ ਸਾਲਾਂ ਤੋਂ ਜਿਹੜਾ ਸਲਫਰ ਤਿਆਰ ਕਰ ਰਹੀ ਹੈ, ਕੁਆਲਿਟੀ ਸਲਫਰ ਤਿਆਰ ਕਰ ਰਹੀ ਹੈ। ਹੁਣ ਤੁਹਾਡੇ ਜਾਣਨ ਦੀ ਗੱਲ ਇਹ ਹੈ ਕਿ ਸਲਫਰ ਤੇ ਮਾਰਕੀਟ 'ਚ ਬਹੁਤ ਅਵੇਲੇਬਲ ਹੈ, ਤੇ ਆਪਾਂ ਨੂੰ ਸਲਫਰ ਕਿਹੜਾ ਪਾਉਣਾ ਚਾਹੀਦਾ? ਸਲਫਰ ਉਹ ਪਾਓ ਜਿਹੜਾ ਬਹੁਤ ਜ਼ਿਆਦਾ ਘੁਲਣਸ਼ੀਲ ਹੈ। ਕਿਉਂਕਿ ਸਲਫਰ ਦਾ ਇੱਕ ਕਰੈਕਟਰ ਕੀ ਹੈ? ਸਲਫਰ ਜਿਹੜਾ ਵਾ ਉਹ ਜ਼ਿਆਦਾ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਤੇ ਨਾਈਟ੍ਰੋਜਨ ਵਾਂਗ ਜ਼ਿਆਦਾ ਤੇਜ਼ ਭੱਜਦਾ ਨਹੀਂ ਹੈ। ਜਿਵੇਂ ਫਾਸਫੋਰਸ ਰੁਕ ਕੇ ਚੱਲਦਾ, ਵੈਸੇ ਹੀ ਜਿਹੜਾ ਆਪਣਾ ਹੈਗਾ ਸਲਫਰ ਹੈ, ਇਹ ਬੜਾ ਇਮੋਬਾਈਲ ਹੈ, ਮਤਲਬ ਕਿ ਬੜਾ ਹੌਲੀ ਮੂਵ ਹੁੰਦਾ। ਤੇ ਇਹਦਾ ਜਿਹੜਾ ਰੂਪ ਹੈ, ਆਪਾਂ ਨੂੰ ਇਹੋ ਜਿਹਾ ਰੂਪ ਪਾਉਣਾ ਪੈਣਾ ਜਿਸ 'ਚ ਆਪਾਂ ਨੂੰ ਇਹ ਮਹਿਸੂਸ ਹੋਵੇ ਕਿ ਇਹ ਪਾਉਂਦੇ ਸਾਰੇ ਕੰਮ ਕਰੇ। ਉਹਦੇ ਕਾਰਨ ਜਿਹੜਾ ਅਸੀਂ ਸੁਮੀਟੋਮੋ ਕੰਪਨੀ ਜਿਹੜਾ ਤੁਸੀਂ ਉਤਪਾਦ ਮਾਰਕੀਟ 'ਚ ਮਿਲੇਗਾ ਤੁਹਾਨੂੰ, ਉਹਦਾ ਨਾਮ ਹੈ ਨਿਊਟਰੀਅਸ 90। ਇਹ ਤੁਸੀਂ ਪੈਕਿੰਗ ਵੇਖ ਰਹੇ ਹੋ ਨਿਊਟਰੀਅਸ 90 ਦੀ, ਇਹ 3 ਕਿਲੋ ਦੀ ਪੈਕਿੰਗ ਹੈ। ਅਸਲ 'ਚ ਕੀ ਹੈ ਕਿ ਅਸੀਂ, ਹੁਣ ਤੁਹਾਡਾ ਪ੍ਰਸ਼ਨ ਇਹ ਆਉਂਦਾ ਹੈ ਕਿ ਇਹ ਨਿਊਟਰੀਅਸ 90 3 ਕਿਲੋ ਹੈ ਤੇ ਕਿੰਨਾ ਪਾਉਣਾ ਚਾਹੀਦਾ? ਚੱਕਰ ਹੈ ਕਿ ਆਪਾਂ ਨੂੰ ਇਹ ਵੇਖਣਾ ਕਿ ਆਪਣੀ ਜ਼ਮੀਨ 'ਚ ਘਾਟ ਕਿੰਨੀ। ਅਸੀਂ 3 ਕਿਲੋ ਉਡਾਵਾ ਇੱਕ ਕਹਿ ਲਓ ਕਿ ਮਿਨੀਮਮ ਡੋਜ਼ ਹੈ ਜਿਹੜੀ ਕਿ ਸਿਧਾਂਤਕ ਜ਼ਿਮੀਂਦਾਰ ਪਾਉਂਦਾ ਹੈ। ਮਗਰ ਜੇ ਫਸਲ 'ਚ ਵੱਧ ਲੋੜ ਹੈ, ਜ਼ਮੀਨ ਨੂੰ ਵੱਧ ਲੋੜ ਹੈ, ਤਾਂ ਆਪਾਂ ਨੂੰ ਘੱਟੋ ਘੱਟ 3 ਤੋਂ ਲੈ ਕੇ 4 ਤੋਂ 5 ਕਿਲੋ ਪਾ ਸਕਦੇ ਹਾਂ। ਉਹ ਵੱਧ ਫਸਲਾਂ 'ਚ ਵੱਧ ਪੈਂਦਾ। ਤੇ ਇਹ ਜਿਹੜਾ ਸਲਫਰ ਹੈ, ਇਹ ਸੀ ਨਿਊਟਰੀਅਸ 90 ਜਿਹੜਾ ਆਪਾਂ ਬਾਜ਼ਾਰ 'ਚ ਦੇ ਰਹੇ ਹਾਂ। ਨਿਊਟਰੀਅਸ 90 ਜਿਹੜਾ ਹੈ ਇਹ 3 ਕਿਲੋ ਦੀ ਪੈਕਿੰਗ ਜਿਹੜੀ ਹੈ ਇਹ ਅਵੇਲੇਬਲ ਨੇ, ਨਾਲੇ ਡਰਮ ਪੈਕਿੰਗ ਅਵੇਲੇਬਲ ਹੈ। ਤੁਸੀਂ ਇਹਨੂੰ ਕੁਐਸਚਨ ਆਉਂਦਾ ਆਪਣਾ ਕਿ ਇਹਨੂੰ ਪਾਉਣਾ ਕਿਵੇਂ? ਪਾਉਣਾ ਇਸ ਲਈ ਐਵੇਂ ਈਜ਼ੀ ਹੈ ਕਿ ਤੁਸੀਂ ਜਿਵੇਂ ਇਹ ਬਹੁਤ ਜ਼ਿਆਦਾ ਬਰੀਕ ਹੈ, ਇਹ WDG ਫਾਰਮੂਲੇਸ਼ਨ ਹੈ, 90% ਹੈ, ਮਾਨਤਾ ਪ੍ਰਾਪਤ ਹੈ, ਖਾਦ ਦੇ ਰੂਪ 'ਚ ਆਉਂਦਾ ਹੈ, ਮਾਰਕੀਟ 'ਚ ਅਵੇਲੇਬਲ ਹੈ। और ਇਹਦਾ ਦਾਣਾ ਜਿਹੜਾ ਹੈ WBG ਮੈਂ ਡਿਸਪਰਸ ਮਤਲਬ ਵਾਟਰ ਡਿਸਪਰਸਿਬਲ ਗ੍ਰੈਨੂਲ ਹੈ। ਇਹ ਪਾਣੀ 'ਚ ਪੈਂਦੇ ਸਾਰੇ ਬਿਲਕੁਲ ਖੁਰ ਜਾਣਾ। और ਜਦੋਂ ਉਹ ਚੀਜ਼ ਪਾਣੀ 'ਚ ਖੁਰ ਜਾਵੇ, ਮੰਨ ਕੇ ਚੱਲੋ ਕਿ ਤੁਹਾਨੂੰ ਫਸਲ ਨੂੰ ਬਹੁਤ ਜਲਦੀ ਮਿਲੇਗੀ, ਰੂਟ ਨੂੰ ਜੜ ਇੱਕਦਮ ਫੜ ਲਏਗੀ, ਉਹ ਕੰਮ ਕਰਨਾ ਸਟਾਰਟ ਕਰ ਦੂਗੀ। ਜਿਹੜੀ ਸਲਫਰ ਦਾਣੇਦਾਰ ਹੈ ਕੋਈ ਚੀਜ਼ ਹੈ, ਉਹ ਵੀ ਸਲਫਰ ਹੈ, ਉਹ ਵੀ ਮਾੜੀ ਚੀਜ਼ ਆਪਾਂ ਸਲਫਰ ਨਹੀਂ ਕਹਿ ਸਕਦੇ, ਬਟ ਕਿ ਉਹਨਾਂ ਨੂੰ ਟਾਈਮ ਵੱਧ ਲੱਗਦਾ ਕਿਉਂਕਿ ਆਪਣੀ ਫਸਲੀ ਚੱਕਰ ਆਵੇ ਫਸਲ ਦਾ ਉਹ ਆਪਣਾ ਬਹੁਤ ਛੋਟਾ ਹੈ। ਆਪਾਂ ਨੂੰ ਚਾਹੀਦਾ ਕਿ ਜਦੋਂ ਖਾਦ ਚਾਹੀਦੀ ਆਪਾਂ ਨੂੰ ਇੰਪੋਰਟੈਂਟ ਚਾਹੀਦੀ ਹੈ, ਆਪਾਂ ਨੂੰ ਪਾਉਣੀ ਚਾਹੀਦੀ ਹੈ। ਦੇਖੋ ਪਹਿਲੀ ਜਿਹੜੀ ਖੁਰਾਕ ਝੋਨੇ ਦੀ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ। ਇਹ ਤੁਸੀਂ ਪਿਕਚਰ ਤੁਹਾਨੂੰ ਨਜ਼ਰ ਆ ਰਹੀ ਸਾਹਮਣੇ ਜਿਹੜੀ, ਇਹ 'ਚ 2 ਫੇਜ਼ ਨੇ ਲਾਈਵ ਝੋਨੇ ਦੇ। ਇੱਕ ਤੇ ਫੇਜ਼ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਪਨੀਰੀ ਲਾਤੀ ਹੈ, ਪਨੀਰੀ ਲਾ ਕੇ ਤੇ ਅੱਗੇ ਆਪਾਂ ਨੂੰ ਝੋਨੇ 'ਚ ਟਿਲਰ ਪੈਦਾ ਕਰਨੇ ਆ ਤੇ ਹਾਈਟ ਪੈਦਾ ਕਰਨੀ ਹੈ। ਇਹ ਸਾਰੀ ਜਿਹੜੀ ਚੀਜ਼ ਹੈ ਇਹ ਤਕਰੀਬਨ 40 ਤੋਂ 45 ਦਿਨ ਦਾ ਖੇਡ ਹੈ। ਇਹ 40-45 ਦਿਨ 'ਚ ਆਪਾਂ ਨੂੰ ਵੱਧ ਤੋਂ ਵੱਧ ਜੜ ਜਿਹੜੀ ਹੈ ਉਹਦਾ ਧਿਆਨ ਰੱਖੋ। ਜਿਹੜੀ ਚਿੱਟੀਆਂ ਜੜ੍ਹਾਂ ਵਧਣਗੀਆਂ ਆਪਣੀਆਂ, ਇੱਕ ਗ੍ਰੇ ਹੁੰਦੀਆਂ, ਇੱਕ ਚਿੱਟੀਆਂ ਇੱਕ ਬਾਅਦ 'ਚ ਭੂਰੀਆਂ ਹੋ ਜਾਂਦੀਆਂ। ਜਿੰਨੀ ਚਿੱਟੀ ਜੜ ਬਚਾ ਲਈ ਤੁਸੀਂ, ਜਿੰਨੀ ਉਹਦੀ ਜੜ ਨੂੰ ਸਿਹਤ ਨੂੰ ਕੰਟਰੋਲ ਕਰ ਲਿਆ, ਤੁਹਾਡਾ ਜਿਹੜਾ ਬੂਝਾ ਹੈ ਝੋਨੇ ਦਾ ਜਾਂ ਜਿਹੜਾ ਆਪਾਂ ਜਿਹਨੂੰ ਟਿਲਰ ਕਹਿੰਦੇ ਆ ਬਹੁਤ ਚੰਗਾ ਬਣੂਗਾ। ਪੱਤੇ ਸਾਫ਼ ਰਹਿਣਗੇ, ਹਰੇ ਰਹਿਣਗੇ। ਇੱਕ ਤੇ ਆਪਾਂ ਜੜ ਨੂੰ ਬਚਾਉਣਾ, ਆਪਾਂ ਇਹ ਖੁਰਾਕੀ ਤੱਤ ਪੂਰੇ ਕਰਨੇ ਆ। ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਆਪਣੇ ਨਿਊਟਰੀਅਸ 90 ਦੀ। ਨਿਊਟਰੀਅਸ 90 ਨੂੰ ਜੇ ਆਪਾਂ ਸਾਹਮਣੇ ਜ਼ਿਮੀਂਦਾਰ ਨੇ ਵੀਰਾਂ ਨੇ ਯੂਰੀਆ ਪਾਉਣਾ, ਅਸੀਂ ਪਹਿਲਾ ਯੂਰੀਆ ਦੂਜਾ ਯੂਰੀਆ ਪਾਉਂਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਯੂਰੀਆ ਉਹ ਆਪਾਂ 2 ਤੋਂ 3 ਕਿਸ਼ਤਾਂ 'ਚ ਪਾਉਂਦੇ ਹਾਂ। ਜਦੋਂ ਆਪਾਂ ਯੂਰੀਆ ਖੋਲ੍ਹਣਾ ਅਸੀਂ ਕਰਨਾ, ਅਸੀਂ ਯੂਰੀਆ ਦਾ ਜਿਹੜਾ ਬੈਗ ਖੋਲ੍ਹਣ ਤੋਂ ਬਾਅਦ ਯੂਰੀਆ ਨੂੰ ਖਲੇਰ ਦੇਣਾ। ਖਲੇਰ ਕੇ ਅਸੀਂ ਜਿਹੜੀ 3 ਕਿਲੋ ਦੀ ਥੈਲੀ ਨਿਊਟਰੀਅਸ 90 ਦੀ ਹੈ ਉਹਦੇ ਨੂੰ ਉੱਚ ਪਾ ਕੇ ਮਾੜਾ ਜਿਹਾ ਪਾਣੀ ਤਰਬਕ ਲਓ। ਵੈਸੇ ਤਾਂ ਯੂਰੀਆ ਲੋੜ ਨਹੀਂ ਪੈਂਦੀ, ਤੁਸੀਂ ਆਪ ਹੀ ਪਾਣੀ 'ਚ ਬਹੁਤ ਹੁੰਦਾ।
ਉਹ ਪਾਉਣ ਤੋਂ ਮਗਰੋਂ ਤੁਸੀਂ ਇਹਨੂੰ ਹੱਥਾਂ 'ਚ ਲੈ ਕੇ ਚੰਗੀ ਤਰ੍ਹਾਂ ਯੂਰੀਆ ਨਾਲ ਮਲ ਲਓ। ਉਹਨਾਂ ਕੀ ਫਰਕ ਪਏਗਾ, ਜਿਹੜਾ ਸਲਫਰ ਦਾ ਜਿਹੜਾ ਨਿਊਟਰੀਐਕਸ 90 ਦਾ ਲੇਪ ਹੈ ਪਾਊਡਰ ਦਾ, ਪੂਰਾ ਯੂਰੀਆ ਦੇ ਦਾਣੇ 'ਚ ਚਿਪਕ ਜਾਏਗਾ। ਹੁਣ ਆਪਣੀ ਸਮੱਸਿਆ ਕੀ ਯੂਰੀਆ ਜਾਂਦੀ ਹੈ, ਆਪਾਂ ਯੂਰੀਆ ਨੂੰ ਖੜੇਰਦੇ ਹਾਂ, ਛੱਟਾ ਮਾਰਦੇ ਹਾਂ, ਤੇ ਬੁਲਬੁਲੇ ਦੁਪਹਿਰ ਦੇ ਬਹੁਤ ਗਰਮੀ ਹੁੰਦੀ, ਬੁਲਬੁਲੇ ਉੱਠਦੇ, ਇਹ ਗੈਸ ਬਣ ਕੇ ਯੂਰੀਆ ਗੈਸ ਉੱਡ ਜਾਂਦੀ ਹੈ, ਜ਼ਮੀਨ ਥੱਲੇ ਚੱਲ ਜਾਂਦੀ ਹੈ। ਤੇ ਜੇ ਵੱਧ ਖੁਰਾਕ ਆਪਾਂ ਪਾ ਦਿੰਦੇ ਹਾਂ ਤੇ ਆਪਾਂ ਕਹਿੰਦੇ ਕਿ ਪੱਤਾ ਜਿਹੜਾ ਆਪਣਾ ਜ਼ਿਆਦਾ ਖੱਟਾ ਹੋ ਗਿਆ, ਪੱਤਾ ਜ਼ਿਆਦਾ ਕਾਲਾ ਪੈ ਗਿਆ, ਤੇ ਉਹਦੇ ਕਾਰਨ ਕੀ ਪ੍ਰੋਬਲਮ ਆਈ, ਰਸ ਚੂਸਣ ਵਾਲੇ ਕੀੜੇ ਜਿਹੜੇ ਨੇ, ਰਸ ਚੂਸਣ ਵਾਲੇ ਕੀੜੇ ਜਿਹੜੇ ਉਹ ਹਮਲਾ ਵੱਧ ਕਰਦੇ, ਬਿਮਾਰੀ ਵੱਧ ਹਮਲਾ ਕਰਦੀ ਹੈ। ਠੀਕ ਹੈ, ਉਹਦੇ ਕਾਰਨ ਆਪਾਂ ਨੂੰ ਇਹ ਵੇਖਣਾ, ਅਸੀਂ ਕਰਨਾ ਕਿ ਆਪਾਂ ਯੂਰੀਆ ਨੂੰ ਬਚਾਉਣਾ, ਨਾਲ ਦੇ ਜਿਹੜੀ ਆਪਾਂ ਖੁਰਾਕੀ ਨਿਊਟਰੀਐਸ 90 ਦੇਣਾ ਹੈ ਉਹ ਪੂਰੇ ਖੇਤ 'ਚ ਚੰਗੀ ਤਰ੍ਹਾਂ ਫੈਲ ਜਾਵੇ। ਬੜਾ ਸਿੰਪਲ ਤਰੀਕਾ ਹੈ, ਉਹਨੂੰ ਮਿਲਾ ਕੇ ਰੱਖੋ, ਉਹਦੇ ਬਾਅਦ ਤੁਸੀਂ ਛੱਟਾ ਤੋਂ ਖੇਡਦਾ। ਇਹ ਆਪਾਂ ਪਹਿਲੇ ਯੂਰੀਆ ਨਾਲ ਪਾ ਸਕਦੇ ਹਾਂ ਜਾਂ ਦੂਜੀ ਕਿਸ਼ਤ ਯੂਰੀਆ ਨਾਲ ਪਾ ਸਕਦੇ ਹਾਂ। ਹੁਣ ਇਹਦਾ ਫਰਕ ਕੀ ਪਏਗਾ, ਫਰਕ ਇਹ ਪਏਗਾ, ਜ਼ਮੀਨ ਜਿਹੜੀ ਆਪਣੀ ਕਈ ਸਾਲਾਂ ਤੋਂ ਖਰਾਬ ਹੋ ਰਹੀ ਹੈ, ਜਿਹੜੀ ਬਹੁਤ ਜ਼ਿਆਦਾ ਸਖਤ ਹੋ ਰਹੀ ਹੈ, ਪੱਥਰ ਵਾਂਗ ਸਖਤ ਹੋ ਰਹੀ ਹੈ, ਉਹ ਨਰਮ ਪੈਣੀ ਸਟਾਰਟ ਹੋ ਜਾਏਗੀ। ਉਹ 'ਚ ਹਵਾ ਦਾ ਨਿਕਾਸ, ਜੜ ਚੰਗੀ ਤਰ੍ਹਾਂ ਫੈਲੇਗੀ, ਚੰਗੀ ਤਰ੍ਹਾਂ ਫੈਲੇਗੀ, ਜਿਹੜੀ ਖੁਰਾਕੀ ਤੱਤ ਹੈ ਪੂਰੇ ਮਿਲਣੇ ਸਟਾਰਟ ਹੋ ਜਾਣਗੇ। ਹੁਣ ਜੜ ਦੀ ਆਪਾਂ ਗੱਲ ਕਰੀਏ, ਜੜ ਦੀ ਇੰਪੋਰਟੈਂਸ ਕੀ ਹੈ, ਜੜ ਇੱਕ ਦਿਲ ਹੈ, ਪੂਰੇ ਬੂਟੇ ਦਾ ਦਿਲ ਹੈ। ਜਿਵੇਂ ਅਸੀਂ ਦਿਲ ਧੜਕਦਾ ਆਪਣਾ ਤੇ ਸਾਰੇ ਬੋਡੀ 'ਚ ਆਪਣਾ ਖੂਨ ਜਿਹੜਾ ਹੈ ਉਹ ਪੂਰਾ ਚੱਲਦਾ, ਫਲੋ ਚੱਲਦਾ ਉਹਦਾ, ਤੇ ਖੂਨ ਜਿਹੜਾ ਸਾਡੀ ਬੋਡੀ 'ਚ ਪੂਰੀ ਹੈਲਦੀ ਰਹਿੰਦੀ, ਮੇਨਟੇਨ ਰਹਿੰਦੀ ਆਪਾਂ। ਇਹ ਜਿਹੜੀ ਖੁਰਾਕੀ ਤੱਤ ਦੀ ਜਿਹੜੀ ਲੈਣ ਦੀ ਤਾਕਤ ਹੈ, ਇਹ ਜੜ ਰਹੀ ਹੈ। ਜੇ ਜੜ ਤੁਹਾਡੀ ਮਜ਼ਬੂਤ ਹੈ ਤੇ ਸਮਝ ਲਓ ਤੁਹਾਡੀ ਖੁਰਾਕੀ ਤੱਤ ਜਿਹੜੇ ਪਾਏ ਉਹ ਫਸਲ ਲੱਗਣੇ ਸਟਾਰਟ ਹੋ ਜਾਣਗੇ। ਇੱਤੇ ਕਾਰਨ ਹੋ ਗਿਆ। ਇਹ ਤੁਸੀਂ ਕਿਸੇ ਵੀ ਜਗ੍ਹਾ ਤੋਂ ਕਿਹੜੇ ਡੀਲਰ, ਚੰਗੇ ਡੀਲਰ ਕੋਲ ਲਓ, ਕੁਆਲਿਟੀ ਵਾਈਜ਼ ਤੁਹਾਨੂੰ ਕੋਈ ਘਬਰਾਹਟ ਦੀ ਗੱਲ ਨਹੀਂ, ਕੋਈ ਬਹੁਤ ਚੰਗੀ ਕੁਆਲਿਟੀ ਐਕਸਲ ਆਪਣੀ ਸੋਮੀਟੋਮੋ ਦਿੰਦੀ ਹੈ, ਤੇ ਤੁਸੀਂ ਇਹਨੂੰ ਜ਼ਰੂਰ ਲਾਜ਼ਮੀ ਯੂਜ਼ ਕਰੋ। ਇਹ ਲੋੜੀਂਦੀ ਚੀਜ਼ ਹੈ ਅੱਜ ਦੇ ਟਾਈਮ 'ਚ। ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਹੁਣ ਜੜ ਦੇ ਆਪਾਂ ਗੱਲ ਹੁਣੇ ਕਰ ਰਹੇ, ਨਿਊਟਨ ਦੀ ਗੱਲ ਆਪਾਂ ਕਰ ਰਹੇ ਸੀਗੇ। ਸਾਰੀ ਖਾਦਾਂ ਤੋਂ ਬਾਅਦ ਇੰਪੋਰਟੈਂਟ ਜਿਹੜੀ ਚੀਜ਼ ਜੜ ਦੀ ਆਪਾਂ ਗੱਲ ਸਟਾਰਟ ਕੀਤੀ ਹੈ, ਉਹਦਾ ਇਹ ਕੰਮ ਹੈ ਜੜ ਤੰਦਰੁਸਤ ਕਿੰਨੀ ਹੈ, ਕਿੰਨੀ ਕੁ ਜੜ ਜਿਹੜੀ ਹੈ ਮਜ਼ਬੂਤ ਹੈ। ਖੁਰਾਕੀ ਤੱਤ ਲੈਣ ਤੋਂ ਪਹਿਲੇ ਇਹ ਵੇਖਣਾ ਕਿ ਆਪਣੀ ਜਿਹੜੀ ਜੜ ਹੈ ਉਹ ਜਿਹੜੀ ਹੈਗੀ ਹੈ ਉਹ ਬਿਮਾਰੀ ਤੋਂ ਮੁਕਤ ਹੈ। ਹੁਣ ਕੋਈ ਬੰਦਾ ਬਿਮਾਰ ਹੈ, ਸਪੋਜ਼ ਕਰੋ ਆਪਣੇ ਘਰ 'ਚ ਕੋਈ ਬੰਦਾ ਖਾਣਾ ਬੰਦ ਕਰ ਦੇਵੇ, ਜੋ ਬਹੁਤ ਖੁਰਾਕ ਲੈ ਰਿਹਾ, ਉਹ ਖੁਰਾਕ ਲੈਂਦੇ ਖੁਰਾਕ ਲੈਣੀ ਬੰਦ ਕਰਦੇ, ਅਸੀਂ ਕੀ ਕਹਿੰਦੇ ਹਾਂ ਵੀ ਕੋਈ ਨਾ ਕੋਈ ਪ੍ਰੋਬਲਮ ਹੈ, ਟੈਸਟ ਕਰਾਓ ਇਹਦਾ, ਮਤਲਬ ਕਿ ਰੋਟੀ ਖਾਣੀ ਬੰਦ ਕਰ ਗਿਆ। ਤੁਸੀਂ ਯੂਰੀਆ ਪਾਇਆ, ਡਾਇਆ ਪਾਇਆ, ਫਾਸਫੇਟ ਸਭ ਕੁਝ ਪਾ ਲਿਆ, ਉਹ ਪਾਉਣ ਤੋਂ ਮਗਰ ਕੀ ਵੇਖਿਆ ਤੁਸੀਂ ਪਾਉਣ ਤੋਂ ਮਗਰ ਇਹ ਵੇਖਿਆ ਤੁਸੀਂ ਕਿ ਯਾਰ ਖੁਰਾਕ ਤੇ ਲੱਗ ਨਹੀਂ ਰਹੀ ਫਸਲ ਨੂੰ, ਇੰਨੀ ਖੁਰਾਕ ਪਾਉਣ ਤੋਂ ਬਾਅਦ ਗਈ ਕਿੱਥੇ। ਅਸਲ ਜਿਹੜੀ ਜੜ ਹੈ ਉਹ 'ਚ ਜਿਹੜੇ ਜਰਾਸੀਮ ਨੇ, ਜਿਹੜੇ ਮਾੜੇ ਬੈਕਟੀਰੀਆ ਤੇ ਮਾੜੀ ਜਿਹੜੀ ਗੁੱਲੀਆਂ ਨੇ, ਉਹਨੇ ਆਪਣਾ ਘਰ ਤਿਆਰ ਕਰ ਲਿਆ। ਜੜ 'ਚੋਂ ਖੁਰਾਕ ਲੈਣ ਦੇ ਨਹੀਂ ਪਾ ਰਹੇ, ਉਹ ਜੜ ਸੁੱਕਦੀ ਪਈ ਹੈ, ਜੜ ਚਲਦੀ ਨਹੀਂ, ਤੁਰਦੀ ਨਹੀਂ ਪਈ। ਹੁਣ ਉਸ ਟਾਈਮ ਆਪਾਂ ਕੀ ਕਰੀਏ, ਉਹਦੇ 'ਚ ਕਈ ਮੈਥਡ ਨੇ। ਪਹਿਲੇ ਆਪਾਂ ਰੂੜੀ ਖਾਦ ਪਾਉਂਦੇ ਸੀ, ਉਹ ਰੂੜੀ ਖਾਦ 'ਚ ਕਈ ਲਾਹੇਵੰਦ ਜਿਹੜੇ ਜੀਵਾਣੂ ਨੇ ਜਾਂ ਬੈਕਟੀਰੀਆ ਨੇ ਉਹ ਆ ਜਾਂਦੇ ਸੀਗੇ, ਉਹ ਆਪਣੇ ਬਿਮਾਰੀਆਂ ਤੋਂ ਬਚਾਉਂਦੇ ਸੀਗੇ। ਹੁਣ ਜਿਹੜੀ ਜ਼ਮੀਨ ਹੈ ਉਹ ਆਪਣੇ 'ਚ ਹਵਾ ਪਾਣੀ ਫਿਰਦਾ ਨਹੀਂ ਹੈ, ਉਹ ਜਿਹੜੇ ਜੀਵਾਣੂ ਨੇ ਖਤਮ ਹੋ ਚੁੱਕੇ। ਆਪਾਂ ਨੂੰ ਮੁੱਢ ਸੁਰਜੀਤ ਕਰਨੀ ਪੈਣੀ ਜ਼ਮੀਨ ਆਪਣੀ। ਉਹ ਜ਼ਮੀਨ ਕੀ ਚੀਜ਼ ਹੈ, ਇੱਕ ਸਾਲ 'ਚ ਕਦੇ ਖਰਾਬ ਨਹੀਂ ਹੁੰਦੀ, ਇੱਕ ਸਾਲ 'ਚ ਕਦੇ ਠੀਕ ਨਹੀਂ ਹੁੰਦੀ। ਆਪਾਂ ਨੂੰ ਇਹ ਟ੍ਰੀਟਮੈਂਟ ਕਰਨਾ ਪੈਣਾ। ਜਿਵੇਂ ਕਿਸੇ ਬੰਦੇ ਨੂੰ ਬੁਖਾਰ ਚੜ੍ਹ ਗਿਆ, ਉਹਨੇ ਬੁਖਾਰ ਪੰਦੇ ਕਰੋਸਨ ਦੀ ਗੋਲੀ ਖਾ ਲਈ, 6 ਘੰਟੇ ਬਾਅਦ ਉਹ ਬੁਖਾਰ ਉਤਰ ਗਿਆ। ਜੇ 6 ਘੰਟੇ ਉਤਰ ਗਿਆ ਫਿਰ ਦੁਬਾਰਾ ਬੁਖਾਰ ਚੜ੍ਹ ਗਿਆ, ਹੁਣ ਇਹ ਤੇ ਇਲਾਜ ਵੀਰੇ ਕੋਈ ਨਹੀਂ ਹੈ। ਆਪਾਂ ਨੂੰ ਕਰਨਾ ਕਿ ਉਸ ਟਾਈਮ ਆਪਾਂ ਨੂੰ ਇਹ ਕਰਨਾ ਹੈ ਉਸ ਟਾਈਮ ਕਿ ਆਪਾਂ ਨੂੰ ਬਿਮਾਰੀ ਦਾ ਜਿਹੜੀ ਜੜ ਫੜੀਏ ਕਿ ਪ੍ਰੋਬਲਮ ਕਿੱਥੇ ਹੈ। ਡਾਕਟਰ ਕੀ ਕਹਿੰਦਾ ਹੈ ਕਿ ਲਓ ਐਂਟੀਬਾਇਓਟਿਕ ਸਟਾਰਟ ਕਰੋ। ਅਸੀਂ ਪਹਿਲੇ ਦਿਨ ਐਂਟੀਬਾਇਓਟਿਕ ਸਟਾਰਟ ਕਰਦੇ ਹਾਂ, ਸਵੇਰ ਦੁਪਹਿਰ ਰਾਤ ਨੂੰ ਖਾਂਦੇ ਐਂਟੀਬਾਇਓਟਿਕ, ਫਿਰ ਦੂਜੇ ਦਿਨ ਦੇਖਦੇ ਹਾਂ ਫਰਕ ਪਿਆ, ਤੀਜੇ ਦਿਨ ਸਾਨੂੰ ਕੀ ਮਹਿਸੂਸ ਹੁੰਦਾ, ਜਿਹੜਾ ਬੁਖਾਰ ਜਿਹੜਾ ਡਾਊਨ ਜਾਣਾ ਸਟਾਰਟ ਹੋ ਗਿਆ। ਜੋ ਬੁਖਾਰ ਡਾਊਨ ਜਾਣਾ ਸਟਾਰਟ ਹੋ ਗਿਆ, ਇਨਫੈਕਸ਼ਨ ਆਉਣੀ ਦੂਰ ਹੋ ਗਈ, ਤੇ ਜਿਹੜਾ ਭੋਜਨ ਹੈ ਪਲੈਨ ਖਾਣਾ ਭੁੱਖ ਲੱਗਣੀ ਸਟਾਰਟ ਹੁੰਦੀ ਹੈ। ਸੇਮ ਫਸਲ ਹੈ, ਜੇ ਫਸਲ 'ਚ ਆਪਾਂ ਨੂੰ ਕੀਟਾਣੂ ਜਿਹੜੇ ਬਿਮਾਰੀ ਫੈਲਾਉਂਦੇ ਦੂਰ ਕਰਨਾ, ਉਹਦੀ ਬਿਮਾਰੀ ਤੋਂ ਮੁਕਤ ਕਰਨਾ, ਤੇ ਫਸਲ ਜਿਹੜੀ ਆਪਣੇ ਆਪ ਹੀ ਖੁਰਾਕ ਲੈ ਲੇਗੀ, ਤੰਦਰੁਸਤ ਫਸਲ ਹੋਏਗੀ ਜਦੋਂ, ਤੇ ਮੰਨ ਕੇ ਚਲੋ ਆਪਣੇ ਆਪ ਜਿਹੜੀ ਖੁਰਾਕ ਹੈ ਉਹ ਕੰਮ ਚੱਲਣਾ ਸਟਾਰਟ ਹੋ ਜਾਏਗਾ। ਇਸ ਕਾਰਨ ਸਾਨੂੰ ਵੇਖਣਾ ਕੀ ਹੈ ਕਿ ਜੜ ਨੂੰ ਬਹੁਤ ਚੰਗੀ ਤਰ੍ਹਾਂ ਸੈੱਟ ਕਰਨਾ। ਪਰ ਜੜ ਦੀ ਜਿਵੇਂ ਫੋਕਸ ਮੈਂ ਤੁਹਾਨੂੰ ਬਾਰ-ਬਾਰ ਕਿਉਂ ਕਹਿ ਰਿਹਾ ਇਹ ਚਿੱਤਰ ਵਾਈਜ਼, ਕਿ ਜੇ ਅਸੀਂ 40-45 ਦਿਨ 'ਚ ਅਸੀਂ ਬੂਟਾ ਹੈਲਦੀ ਕਰ ਲਿਆ, ਅਸੀਂ ਜੜ ਤੋਂ ਬਿਮਾਰੀਆਂ ਦੂਰ ਕਰ ਲਈ, ਖੁਰਾਕੀ ਤੱਤ ਪੂਰੇ ਕਰ ਲਏ, ਤੇ ਅਗਲਾ ਜਿਹੜਾ ਫੇਜ਼ ਹੈ ਦਾਣੇ ਦੀ ਅਵਸਥਾ ਹੈ, ਉਹ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਇਹ ਤੁਹਾਡੇ ਸੁਨਹਿਰੇ ਦਾਣੇ, ਸਾਫ਼ ਦਾਣੇ, ਇਹ ਸਾਰਾ ਕੰਮ ਤੁਹਾਨੂੰ ਆਰਾਮ ਨਾਲ ਆਸਾਨੀ ਨਾਲ ਮਿਲ ਜੂਗਾ। ਬਟ ਪਹਿਲਾ ਫੇਜ਼ ਜਿਹੜਾ ਹੈ ਆਪਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਹਿੰਦੇ ਬੱਚੇ ਦੀ ਸਟਾਰਟਿੰਗ ਜਿਹੜੀ ਗਰੋਥ ਹੈ ਨਾ, ਉਹ ਆਪਾਂ ਨੂੰ ਉੱਥੋਂ ਧਿਆਨ ਰੱਖੀਏ ਤਾਂ ਸਰੀਰ ਹੈਲਦੀ ਰਹੇਗਾ। ਉਹੀ ਸਟਾਰਟਿੰਗ ਜਿਹੜਾ 40-45 ਦਿਨ ਹੈ, ਇਹ ਬਹੁਤ ਤੁਹਾਡੇ ਲਈ ਇੰਪੋਰਟੈਂਟ ਹੈ, ਇਸ ਲਈ ਮੈਂ ਤੁਹਾਨੂੰ ਬਾਰ-ਬਾਰ ਫੋਕਸ ਕਰ ਰਿਹਾ। ਅਗਲੀ ਜਿਹੜੀ ਫਸਲ ਦੇ 60-70 ਦਿਨ ਆਪਾਂ ਅਗਲੇ ਜਦੋਂ ਸੈਸ਼ਨ ਕਰਾਂਗੇ ਆਪਾਂ ਦੱਸਾਂਗੇ ਕਿਵੇਂ ਫਸਲ ਨੂੰ ਬਚਾਉਣਾ ਆਪਾਂ। ਬਟ ਅੱਜ ਮੈਂ ਗੱਲ ਕਰ ਰਿਹਾ ਉਹ ਤੁਹਾਡੇ 40-45 ਦਿਨ ਦੀ ਗੱਲ ਕਰ ਰਿਹਾ। ਉਹਦੇ ਬਾਅਦ ਇਹ ਪ੍ਰੋਬਲਮ ਆਪਣੀ ਆਉਂਦੀ ਹੈ, ਸਮੱਸਿਆ ਜੀ ਆਉਂਦੀ ਹੈ ਕਿ ਹੁਣ ਅਸੀਂ ਕੀ ਲੱਭੀਏ, ਕੀ ਰਾਹ ਆਪਣੇ ਵਾਸਤੇ। ਬੜਾ ਸਿੰਪਲ ਰਾਹ ਜੀ ਆਪਣੇ ਵਾਸਤੇ ਅੱਜ। ਉਹ ਤਰੀਕਾ ਬਹੁਤ ਸਿੰਪਲ ਇਹ ਹੈ ਕਿ ਆਪਾਂ ਨੂੰ ਕੁਝ ਜੀਵਾਣੂ ਜਿਹੜੇ ਜ਼ਮੀਨ 'ਚ ਦੂਰ ਚਲੇ ਗਏ ਹੈ, ਜਿਹੜੇ ਕਿ ਬਿਮਾਰੀਆਂ ਉੱਲੀ ਵਾਲੇ ਚੰਗੇ ਜੀਵਾਣੂ ਨੇ,
ਜਿਹੜੀ ਚੰਗੀ ਉੱਲੀ ਹੈ ਤੇ ਜਿਹੜੇ ਬੈਕਟੀਰੀਆ ਚੰਗੇ ਨੇ ਜਿਹੜੇ ਜ਼ਮੀਨ 'ਚ ਨਹੀਂ ਸੀਗੇ ਆਪਾਂ ਦੁਬਾਰਾ ਜ਼ਮੀਨ 'ਚ ਪਾਉਣੇ ਪੈਣੇ। ਉਹ ਬਹੁਤ ਸਿੰਪਲ ਤਰੀਕਾ ਹੈ। ਉਹਦੇ ਵਾਸਤੇ ਸਾਡੇ ਕੋਲ ਇਹਦੇ ਦੇਖੋ ਤੁਸੀਂ 2 ਡੱਬੇ ਨੇ। ਇੱਕ ਤੇ ਲਾਲ ਡੱਬਾ ਵੇਖਦੇ ਹੋ ਤੁਸੀਂ ਟ੍ਰਾਈਕੋ ਐਚਾ ਦਾ, ਇੱਕ ਹੈ ਸੂਡੋਸੈਲ ਹੈ। ਹੁਣ ਤੁਹਾਡਾ ਇਹ ਪ੍ਰਸ਼ਨ ਬਣਦਾ ਕਿ ਲਾਲ ਡੱਬੇ 'ਚ ਕੀ ਤੇ ਨੀਲੇ ਡੱਬੇ 'ਚ ਕੀ ਹੈ। ਇਹ ਜਿਹੜਾ ਲਾਲ ਡੱਬਾ ਹੈ ਇਹ ਮੰਨ ਕੇ ਚਲੋ ਇਹ ਟ੍ਰਾਈਕੋਡਰਮਾ ਅਰਜ਼ੇਨੀਅਮ ਹੈ, ਜਿਹਨੂੰ ਆਪਾਂ ਟ੍ਰਾਈਕੋ ਐਚਾ ਨਾਮ ਦਾ ਬ੍ਰਾਂਡਿੰਗ ਕਰ ਰਹੇ ਹਾਂ ਆਪਾਂ। ਇਹ ਸੂਡੋਮੋਨਾਸ ਫਲੋਰਸੈਂਸ ਹੈ, ਜਿਹਨੂੰ ਆਪਾਂ ਸੂਡੋਸੈਲ ਦਾ ਨਾਮ ਦਿੱਤਾ ਹੈ। ਇਹਨਾਂ ਨੂੰ ਅਸੀਂ 2 ਡੱਬਿਆਂ ਨੂੰ ਤੁਸੀਂ ਕਰਨਾ ਕੀ ਹੈ, ਤੁਸੀਂ 25-30 ਕਿਲੋ ਰੂੜੀ ਖਾਦ ਲਓ। ਰੂੜੀ ਖਾਦ 'ਚ ਤੁਸੀਂ ਇਹ 2 ਡੱਬਿਆਂ ਨੂੰ ਮਿਲਾਓ। ਮਿਲਾ ਕੇ ਤੁਸੀਂ ਇਹਨੂੰ ਤੁਸੀਂ ਛਾਵੇਂ ਰੱਖੋ, ਥੋੜਾ ਪਾਣੀ ਤਰਬਕ ਲਓ, ਨਮੀ ਮੇਨਟੇਨ ਕਰੋ, ਉੱਪਰ ਬੋਰਾ ਪਾ ਦਿਓ ਤੇ ਤਕਰੀਬਨ 48 ਤੋਂ 72 ਘੰਟੇ ਬਾਅਦ ਜਿਹੜੀ ਜਿਹੜੀ ਚੀਜ਼ ਹੈ ਪੂਰੀ ਰੂੜੀ ਖਾਦ ਹੈ ਪਾਈ ਜਿਹੜੀ ਪੂਰੀ 5 ਗੁਣਾ ਵੱਧ ਜਾਏਗੀ। ਉਹਦਾ ਕਾਰਨ ਕੀ ਆਰਗੈਨਿਕ ਕਾਰਬਨ ਮਿਲੇਗਾ। ਆਰਗੈਨਿਕ ਕਾਰਬਨ 'ਚ ਵੱਧ ਜਾਂਦੇ ਆ। ਜਿਵੇਂ ਅਸੀਂ ਬਾਜ਼ਾਰ ਜਾਂਦੇ ਹਾਂ, ਅਸੀਂ ਦਹੀਂ ਖਰੀਦਦੇ ਹਾਂ, ਤਾਂ ਦਹੀਂ ਨਹੀਂ ਆਪਣੇ ਹੈ ਉਹ ਦਹੀਂ ਖਾਂਦੇ ਹਾਂ ਅਸੀਂ ਕਿਤੇ ਚਮਚ ਲੈ ਕੇ ਦਹੀਂ ਦਾ ਇੱਕ ਹੁੰਦਾ ਆਪਾਂ ਜਾਮਣੀ ਲਾਉਂਦੇ ਹਾਂ ਜਿਵੇਂ ਦੁੱਧ ਨੂੰ, ਅਸੀਂ ਉਹਨਾਂ ਨੂੰ ਪੂਰਾ ਅਗਲੇ ਦਿਨ ਕੀ ਕਰਦੇ ਹਾਂ ਕੁਝ ਘੰਟਿਆਂ ਬਾਅਦ ਦੁੱਧ ਦਾ ਪੂਰਾ ਦਹੀਂ 'ਚ ਕਨਵਰਟ ਹੁੰਦਾ। ਮਤਲਬ ਕਿ ਕਿਸੇ ਬੈਕਟੀਰੀਆ ਨੇ ਦੁੱਧ ਨੂੰ ਦਹੀਂ 'ਚ ਕਨਵਰਟ ਕਰਤਾ। ਉਹ ਕੰਮ ਬੈਕਟੀਰੀਆ ਕਰਦੇ ਨੇ। ਸੇਮ ਇਹੀ ਚੀਜ਼ ਨੇ, ਇਹ ਜ਼ਮੀਨ 'ਚ ਪੈਂਦੇ ਸਾਰੀ ਜਿਹੜੇ ਮਾੜੇ ਕੀਟਾਣੂ ਨੇ, ਮਾੜੇ ਬੈਕਟੀਰੀਆ ਨੇ, ਉਹ ਬਿਲਕੁਲ ਉਹਨੂੰ ਕਲੀਅਰ ਕਰ ਦਿੰਦੇ ਆ, ਫਸਟ ਕਲਾਸ ਕਰ ਦਿੰਦੇ, ਜ਼ਮੀਨ ਬਿਲਕੁਲ ਚੰਗੀ ਕਰ ਦਿੰਦੇ ਆ। ਹੁਣ ਪਾਉਣ ਦਾ ਤਰੀਕਾ ਬੜਾ ਈਜ਼ੀ ਇਹਦਾ। ਪਾਉਣ ਦਾ ਤਰੀਕਾ ਈਜ਼ੀ ਇਸ ਵਾਸਤੇ ਹੈ ਕਿ ਤੁਸੀਂ ਵੇਖੋ ਕਿ ਜੇ ਆਪਾਂ ਪਨੀਰੀ ਝੋਨੇ ਦੀ ਜਿਵੇਂ ਲਾਉਣੀ ਹੈ, ਇੱਕ ਕਨਾਲ ਦੀ ਪਨੀਰੀ ਵਾਸਤੇ ਜੇ ਤੁਹਾਨੂੰ ਦੁਬਾਰਾ ਯਾਦ ਕਰਾਉਣਾ ਵਾ ਕਿ ਆਹ ਸੂਡੋ ਟ੍ਰਾਈਕੋ ਐਚਆਰ ਤੇ ਸੂਡੋਸੈਲ ਦਾ ਡੱਬਾ ਜਿਹੜਾ 2 ਹੈਗਾ, ਇਹ 2 ਡੱਬਿਆਂ ਨੂੰ ਅਸੀਂ ਕੀ ਕਰਦੇ ਹਾਂ, ਇਹ 2 ਡੱਬਿਆਂ ਨੂੰ ਅਸੀਂ ਰੂੜੀ ਖਾਦ 'ਚ ਮਿਲਾ ਕੇ ਰੱਖ ਲੈਂਦੇ ਹਾਂ। ਜਦੋਂ ਆਪਾਂ ਜ਼ਮੀਨ ਤਿਆਰ ਕਰਦੇ ਹਾਂ ਨਰਸਰੀ ਵਾਸਤੇ ਛੱਟਾ ਦੇ ਕੇ ਅਸੀਂ ਉਸ ਨੂੰ ਮਿਲਾ ਲੈਣਾ। ਦੂਜਾ ਤਰੀਕਾ ਜੇ ਨਰਸਰੀ ਲੱਗ ਵੀ ਗਈ ਹੈ ਤਾਂ ਤਕਰੀਬਨ 3 ਤੋਂ ਲੈ ਕੇ 4 ਦਿਨ 'ਚ ਲੱਗੀ ਨਰਸਰੀ ਉੱਪਰ ਜ਼ਮੀਨ ਦੇ ਉੱਪਰ ਤੁਸੀਂ ਇਹਨੂੰ ਛੱਟਾ ਦੇ ਕੇ ਪਾਣੀ ਲਾ ਦਿਓ ਹਲਕਾ ਜਿਹਾ, ਇਹ ਤੁਹਾਡਾ ਕੰਮ ਕਰ ਜਾਊਗਾ। ਉਹਦੇ ਬਾਅਦ ਇੱਕ ਹੋਰ ਤਰੀਕਾ ਬੜਾ ਈਜ਼ੀ ਹੈ। ਉਹ ਈਜ਼ੀ ਤਰੀਕਾ ਕੀ ਹੈ ਤੁਹਾਡੇ ਵਾਸਤੇ, ਆਪਾਂ ਜਿਵੇਂ ਪਨੀਰੀ ਅਸੀਂ ਪੱਟਦੇ ਹਾਂ, ਪਨੀਰੀ ਪੱਟਣ ਤੋਂ ਬਾਅਦ ਕੀ ਸਮਾਂ ਆਪਾਂ ਕਰਦੇ ਹਾਂ ਕਿ ਪਨੀਰੀ ਪੱਟ ਕੇ ਅਸੀਂ ਗੁੱਛੀ ਤਿਆਰ ਕਰਦੇ ਹਾਂ। ਗੁੱਛੀ ਜੋ ਤਿਆਰ ਕਰ ਲੈਂਦੇ ਹਾਂ ਆਪਾਂ ਤੇ ਅਸੀਂ ਉਹਨੂੰ ਇਕੱਠਾ ਕਰ ਲੈਂਦੇ ਹਾਂ। ਇਹ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਕਿ ਜਿਹੜਾ ਆਪਣਾ ਖਾਲ ਹੈ, ਇਹ ਪਿਕਚਰ ਤੁਹਾਨੂੰ ਕਲੀਅਰ ਹੋ ਜਾਊਗਾ। ਜਿਵੇਂ ਖਾਲ ਹੈ, ਖਾਲ 'ਚ ਪਾਣੀ ਅਸੀਂ ਕੀ ਕਰਦੇ ਹਾਂ ਖੜਾ ਕਰਦੇ ਹਾਂ। ਉਸ ਇੰਨਾ ਕੁ ਪਾਣੀ ਖੜਾ ਕਰ ਲਓ, ਉਹ 'ਚ ਟ੍ਰਾਈਕੋ ਐਚਾ ਤੇ ਸੂਡੋਸੈਲ ਜਿਹੜਾ ਡੱਬੇ ਹੈ ਦੋਵਾਂ ਨੂੰ ਮਿਲਾ ਦਿਓ ਤੇ ਤੁਸੀਂ ਵੇਖਦੇ ਪਏ ਜਿਵੇਂ ਜੜ ਜਿਹੜੀ ਹੈ ਡੁੱਬੀ ਪਈ ਇਹਦੀ। ਇਹ ਤਕਰੀਬਨ 2 ਤੋਂ ਲੈ ਕੇ 6 ਘੰਟੇ ਜਿਹੜੇ ਆ ਤੁਸੀਂ ਆਰਾਮ ਨਾਲ ਨੂੰ ਐ ਰੱਖੋ। ਇਹਦਾ ਫਾਇਦਾ ਇਹ ਹੋਏਗਾ ਕਿ ਜਿਹੜੇ ਇਹ 'ਚ ਟੀਕਾ ਲੱਗ ਗਿਆ, ਜਿਹੜੇ ਜੜ ਹੈ ਜੜ ਨੂੰ ਪੂਰੇ ਜਿਹੜੇ ਇਹ ਸੂਡੋਸੈਲ ਤੇ ਟ੍ਰਾਈਕੋ ਦੇ ਜਿਹੜੇ ਹੈਗੇ ਨੇ ਇੱਥੇ ਕਲੋਨੀ ਡਿਵੈਲਪ ਕਰ ਲੈਣਗੇ। ਇਹਦੇ ਕਾਰਨ ਕੀ ਹੋਏਗਾ ਕਿ ਜਦੋਂ ਇਹ ਬੂਟਾ ਅਸੀਂ ਲਾਓਗੇ ਮੇਨ ਖੇਤ 'ਚ ਤੇ ਜਿਹੜੇ ਮੁੱਖ ਖੇਤ 'ਚ ਜਿਹੜੇ ਬੈਕਟੀਰੀਆ ਮਾੜੇ ਬੈਕਟੀਰੀਆ ਨੇ ਜਾਂ ਜਿਹੜੇ ਤੁਸੀਂ ਵੇਖ ਕੇ ਰੱਖੇ ਆ ਜਿਹੜੇ ਮਾੜੀਆਂ ਉੱਲੀਆਂ ਨੇ ਉਹ ਸਾਰੀਆਂ ਤੋਂ ਪ੍ਰੋਟੈਕਸ਼ਨ ਹੋ ਜਾਏਗੀ। ਮਤਲਬ ਜਿਵੇਂ ਕਹਿ ਲਓ ਕਿ ਆਪਾਂ ਨੂੰ ਇੱਕ ਤਰ੍ਹਾਂ ਦਾ ਇੱਕ ਆਪਣੀ ਸਿਕਿਉਰਿਟੀ ਹੋ ਗਈ ਵੀ ਹਾਂ ਹੁਣ ਅਸੀਂ ਇਹਨੂੰ ਟ੍ਰੀਟ ਕਰ ਲਿਆ, ਸਾਡੀ ਜੜ ਜਿਹੜੀ ਆ ਉਹ ਆਉਣ ਵਾਲੀ ਬਿਮਾਰੀਆਂ ਤੋਂ ਮੁਕਤ ਹੋ ਗਈ। ਜਿਵੇਂ ਆਪਾਂ ਸ਼ੀਟ ਬਲੈਟ ਦੀ ਸਮੱਸਿਆ ਆਉਂਦੀ ਹੈ, ਆਪਾਂ ਨੂੰ ਝੰਡੀ ਰੋਗ ਦੀ ਸਮੱਸਿਆ ਆਉਂਦੀ। ਝੰਡਾ ਰੋਗ ਆਪਾਂ ਸਭ ਸਮਝਦੇ ਹਾਂ ਕਿ ਜਿਹੜੇ ਬੂਟੇ ਇੱਕਦਮ ਵੱਧ ਜਾਂਦੇ ਆ ਕੁਝ ਦੇਰ ਬਾਅਦ ਲਾਉਣ ਤੋਂ ਬਾਅਦ ਇਮੀਡੀਏਟਲੀ। ਹੁਣ ਜਿਵੇਂ ਬਾਸਮਤੀ ਦਾ ਟਾਈਮ ਆ ਗਿਆ ਆਪਣਾ, ਜਦੋਂ ਪਕਾਨੀ ਰੋਗ ਕਹਿੰਦੇ ਆਪਾਂ, ਇਹ ਦੇਖੋ ਤੁਸੀਂ ਸਾਹਮਣੇ ਇਹ ਬਾਅਦ 'ਚ ਕੀ ਹੁੰਦਾ ਕਿ ਆਹ ਜਿਹੜੇ ਆ ਇਹ ਉਹ ਅਵਸਥਾ ਜਦੋਂ ਕਿ ਮੈਚਿਓਰਿਟੀ 'ਤੇ ਆ ਰਹੀ ਹੈ ਇੱਕਦਮ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਜਿਵੇਂ ਜਿਵੇਂ ਇਹ ਆਪਣੇ ਝਾੜ 'ਚ ਬਹੁਤ ਬੜਾ ਫਰਕ ਪਾਉਂਦੇ ਆ, ਉਹ ਨਾਲ ਦੇ ਬੂਟਿਆਂ ਨੂੰ ਵੀ ਖਰਾਬ ਕਰਦੇ ਆ। ਇਸ ਤਰੀਕੇ ਨਾਲ ਅਸੀਂ ਜਿਹੜੀ ਆਪਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰੀਏ। ਜਿਵੇਂ ਦੇਖੋ ਤੁਸੀਂ ਝੰਡੇ ਪੱਤੇ ਨਿਸ਼ਾਨ ਇੱਕ ਆ ਜਿਹੜਾ ਪਕਾਨੀ ਰੋਗ ਹੈ ਇਹ ਤੁਸੀਂ ਨੋਟ ਕਰ ਰਹੇ ਹੋ, ਜੜ ਜਿਹੜੀ ਬਾਹਰ ਆ ਜਾਂਦੀ ਹੈ ਦੇਖੋ ਇੱਥੋਂ ਜਿਹੜੀ ਬਾਹਰ ਆ ਰਹੀ ਹੈ ਇਹ ਕੀ ਕਰਦੀ ਹੈ, ਹੁਣ ਇਹ ਪੀਲਾ ਰੰਗ ਹੋ ਜਾਂਦਾ, ਗੁਲਾਬੀ ਜਿਹਾ ਰੰਗ ਆ ਜਾਂਦਾ, ਉਹਦੇ ਨਾਲ ਬਿਲਕੁਲ ਬੂਟਾ ਵੱਧ ਜਾਂਦਾ, ਹਾਈਟ ਵੱਧ ਜਾਂਦੀ ਹੈ, ਬਾਹਰ ਸੁੱਕਾ ਪੈਂਦਾ, ਉਹ ਨਾਲ ਦੇ ਬੂਟਿਆਂ ਨੂੰ ਜਿਹੜੇ ਖਰਾਬ ਕਰ ਦਿੰਦਾ। ਜਿਹੜੀ ਇਹ ਸਮੱਸਿਆ ਹੈ ਕਿਉਂਕਿ ਸਾਡੇ ਜ਼ਿਮੀਂਦਾਰ ਵਾਸਤੇ ਇੱਕ ਬੂਟਾ ਇੱਕ ਪੌਦਾ ਜਿਹੜਾ ਬਹੁਤ ਇੰਪੋਰਟੈਂਟ ਹੈ। ਅਸੀਂ ਬੱਚਿਆਂ ਵਾਂਗ ਫਸਲ ਨੂੰ ਪਾਲਦੇ ਹਾਂ। ਉਹ ਤੀਜਾ ਤਰੀਕਾ ਜਿਹੜਾ ਬਹੁਤ ਸਿੰਪਲ ਹੈ, ਉਹ ਤਰੀਕਾ ਕੀ ਹੈ, ਖੇਤ ਵਿੱਚ ਤੁਸੀਂ ਮਿਲਾਉਣਾ, ਖੇਤ 'ਚ ਪਾਉਣਾ। ਉਹਦੇ ਕਾਰਨ ਤੁਸੀਂ ਨਰਸਰੀ ਦਾ ਤਰੀਕਾ ਜਿਵੇਂ ਅਸੀਂ ਆਪਣਾ ਕਿ ਰੂੜੀ ਖਾਦ 'ਚ ਮਿਲਾ ਕੇ ਰੱਖੋ। ਉਹਨੂੰ ਮਿਲਾਉਣ ਤੋਂ ਬਾਅਦ ਜਿਵੇਂ ਤੁਸੀਂ ਕੱਦੂ ਕਰ ਰਹੇ ਹੋ, ਕੱਦੂ ਕਰਦੇ ਹਾਂ ਆਪਾਂ, ਪਾਣੀ ਖੜਾ ਕੀਤਾ ਹੁੰਦਾ, ਉਹਦੇ ਬਾਅਦ ਅਸੀਂ ਕੀ ਕਰਦੇ ਹਾਂ ਸੁਹਾਗਾ ਮਾਰਦੇ ਹਾਂ। ਤੇ ਸੁਹਾਗਾ ਮਾਰਨ ਵਾਲੇ ਕੀ ਹੁੰਦਾ ਹੈ ਕਿ ਅਸੀਂ ਉਹਨੂੰ ਛੱਟਾ ਦੇ ਕੇ ਉਸ ਨੂੰ ਸੁਹਾਗਾ ਮਾਰ ਲਓ, ਇੱਕ ਤਰੀਕਾ ਉਹ ਸੀਗਾ। ਪਰ ਕਈ ਵਾਰ ਵੇਲ ਨਹੀਂ ਮਿਲਦੀ ਆਪਾਂ ਨੂੰ, ਉਸ ਚੱਕਰ 'ਚ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਆਹ ਦੇਖੋ ਤੁਸੀਂ ਖੜੇ ਖੇਤ 'ਚ ਆਪਾਂ 8 ਦਿਨ ਤੋਂ ਪਹਿਲੇ ਜਿਵੇਂ ਝੋਨਾ ਲਾਤਾ 8 ਦਿਨ 'ਚ ਛੱਟਾ ਦੇ ਕੇ ਆਪਣਾ ਇਸ ਚੀਜ਼ਾਂ ਨੂੰ ਪਾ ਸਕਦੇ ਹਾਂ। ਇਹਦਾ ਫਾਇਦਾ ਇਹ ਹੋਗਾ ਕਿ ਜਿਹੜੀ ਜੜ ਹੈਗੀ ਹੈ ਉਹ ਆਪਣੀ ਤੰਦਰੁਸਤ ਰਹੇਗੀ, ਬਿਮਾਰੀਆਂ ਤੋਂ ਮੁਕਤ ਰਹੇਗੀ। ਜਿਵੇਂ ਝੰਡਾ ਰੋਗ ਦੀ ਸਮੱਸਿਆ ਆਉਂਦੀ ਹੈ, ਕਈ ਵਾਰ ਕੀ ਹੁੰਦਾ ਖੜੇ ਖੇਤ 'ਚ ਆਪਾਂ ਜਿਵੇਂ ਕਹਿੰਦੇ ਹਾਂ ਕਿ ਆਪਣੀ ਫਸਲ ਜਿਹੜੀ ਹੋ ਗਈ ਹੈ ਉਹ ਤਿਆਰ ਹੈ ਬਿਲਕੁਲ, ਤੇ ਬੂਟਾ ਸੁੱਕ ਜਾਂਦਾ, ਤਣਾ ਗਲ ਗਿਆ, ਜੜ ਸੁੱਕ ਗਈ, ਜਿਹੜੀ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ।
अच्छा ये ना एक होर बड़ा बड़ा बेनीफिट है, ये की करते हैं कि जो ये जमीन च रहिंदे जमीन च मल्टीप्लाई होंदे हैं तो जमीन जिमें आप जिमें एफ डी कराने कि अज आप एक साल च पैसे जमा कराते तो 5 साल 10 साल बाद महसूस करते हैं कि असी जो पैसा इकट्ठा होंगे वह ब्याज पैंदा सानू बड़ी खुशी होंगी है। अज असी जी वैरायटी लाने पे वो वध चीज़ मंगती वध खुराक मंगती है वध केयर मंगती है। जे जमीन को सुधार लओगे अज तो आने वाले जो 10 साल है 5 साल है साढ़े बहुत चंगे निकलेंगे। अभी अपनी जमीन च वैल्यू एडिशन कर रहे हैं, उन्होंने कुछ दे रहे हैं, उसकी सेवा कर रहे हैं, जिन्होंने ਆਪਾਂ धरती माता करने ਅਸੀਂ खुराकी तत्व पूरे पा रहे हैं बट ਅਸੀਂ ये नहीं वेख रहे कि सेहत ਨੂੰ ਕੀ हो रहा है। तो इस मैथड ਨਾਲ ਅਸੀਂ ਜ਼ਮੀਨ ਦੀ ਸਿਹਤ ਨੂੰ ਬਹੁਤ ਚੰਗਾ ਸੁਧਾਰ ਸਕਦੇ ਹਾਂ। ਇਹ ਸਾਡੀ ਜ਼ਮੀਨ ਹੈ, ਸਾਡੇ ਨਾਲ ਚੱਲੇਗੀ। ਜੱਟ ਦੀ ਜ਼ਮੀਨ ਤੇ ਉਹਦੀ ਫਸਲ ਹਮੇਸ਼ਾ ਨਾਲ ਚੱਲਦੀ ਹੈ ਔਰ ਉਸ ਤੋਂ ਚੰਗੀ ਚੀਜ਼ ਉਹਦੇ ਕੋਈ ਨਹੀਂ, ਵੱਡੀ ਇੰਪੋਰਟੈਂਟ ਕੋਈ ਚੀਜ਼ ਹੈ ਨਹੀਂ ਹੈ। ਇਸ ਤਰੀਕੇ ਨਾਲ ਅਸੀਂ ਆਪਾਂ ਬਚਾਅ ਕਰ ਸਕਦੇ ਹਾਂ। ਅੱਗੇ ਅਸੀਂ ਟੌਪਿਕ ਨੂੰ ਅੱਗੇ ਲੈ ਕੇ ਜਾਈਏ ਤੇ ਕੀ ਹੁੰਦਾ ਕਈ ਵਾਰ ਕੀ ਹੁੰਦਾ ਕਿ ਮੌਸਮ ਜਿਹੜਾ ਵਾ ਅੱਜ ਕੱਲ੍ਹ ਤੁਸੀਂ ਵੇਖਦੇ ਪਏ ਹੋ ਮੌਸਮ ਬਹੁਤ ਜਲਦੀ ਖਰਾਬ ਹੋ ਰਿਹਾ, ਤਣਾਅ ਦੀ ਬਹੁਤ ਸਥਿਤੀ ਹੈ। ਕਈ ਵਾਰ ਕੀ ਹੈ ਸੋਕਾ ਲੱਗ ਗਿਆ, कई बार बहुत ज़्यादा मीह पै गया, जे मतलब समस्या बहुत बढ़ गई, जमीन बहुत करड़ी है, बहुत सख्त है, वो कारण खुराकी तत्त नहीं मिल रहे, बीमारियां भी बहुत ने। पर बीमारियां बहुत ने वो कारण जमीन जी अपनी पौधा बूटा फसल लै नहीं पा रहा। तो इमीडिएट की एक्शन लै सकते हैं कि आप की वजह काम करिए कि उन्होंने सप्लाई मिल जाए, न्यूट्रन की सप्लाई मिल जाए। तो जिमें आप खादा पा रहे, खादा भी यूरिया वगैरह काम नहीं कर रहा, नाइट्रोजन काम फास्फोरस काम नहीं कर रहे। ਇਹੋ ਜਿਹੀ ਕਿਹੜੀ चीज़ है जी आप सुधार सकते हैं। उस टाइम असी ये नहीं कह सकते भी आपू अजे वेट करिए क्योंकि खुराकी जो चक्कर वो 130-35 दिन की फसल है, 150 दिन की फसल है। जे असी 10-15 दिन गवा ले उस टाइम जे घाट च गवा ले आप तो मनो कि असी आप दोबारा रल नहीं सकते एंड तक क्योंकि मौसम चेंज होएगा। वो बाद असी जो अपना कहने फल की अवस्था आती है जो आप दाने की अवस्था कहने वो असी पिछे रहे साढ़े चार्ज फर्क पैंदा। वो वास्ते बहुत सिंपल मैथड है, असी की कर सकते हैं। असी उस दो चीज़ों को पा सकते हैं। एक तो खुराक जी पहली गल तो खुराक की मैं करूँगा, आह जी खुराक है ये अपन तारीफ के रूप में मिलती है, ये तरल पदार्थ है, ये बिल्कुल क्वालिटी वाइज इतना चंगी चीज़ है कि देखो तुसी कि ये सारे खुराकी तत्त मैंशन किए सारे आप कोई माइक्रोटन रिप्लाई किए, जिंक जिमें लोहा है, मैगनीशियम है, जो आप गल स्टार्टिंग कह रहे थे इन्ने न्यूट्रंस को तत्त ने अपने कुछ मुख्य तत्त सारे पाए गए हैं। एंजाइम्स ने, हारमोनस ने। हुण एंजाइम हारमोनस की काम करते हैं ਜਿਹੜੇ ਆਪਾਂ चीज़ां पाने जे आप कुछ खाने भोजन खाने तो सानू पचाने वास्ते एंजाइम का बड़ा रोल है। जो नहीं करेंगे असी पाचन शक्ति साड़ी पूरी वीक हो जाएगी, असी डाइजैस्ट साड़ी ग्रोथ नहीं होगी, डाइजैस्ट नहीं कर पाओगे। ये सारी चीज़ां जी ने एक कदों कटदियां बुड्ढे जो उन्होंने अनुकूल मौसम नहीं मिलता। हुण मौसम साढ़े हाथ च नहीं, साढ़े कोल कोई रेगूलेटर नहीं है कि असी अपने हिसाब नाल मौसम चेंज कर लीए। कुदरती चीज़ है जो मौसम साढ़े अनुकूल नहीं होता, सानू कुछ इहो जिहा काम करना पैंदा कि असी खुराकी तत्त जिहड़े ने वो इमीडिएट दे के उन्हां जी भरपाई करिए। वो वास्ते जरा तारीफ है ये तुसीं पाउणा है, ये तो काम हो गया जो खुराकी तत्त का। बट जे बीमारी की गल समस्या नाल है, दोबारा आप उत्थे आने कि जड़ की बढ़ोतरी करनी है, जड़ को तंदुरुस्त रखना है, वो कारण फसल की मजबूती स्टैंड जो प्लांट स्टैंड आप कहने जी वो खड़ाव है प्लांट का पौधे का वो बहुत जरूरी है। ये दो चीज़ों असी जो कहने ये जिमीदार का तजर्बा है। ये जिमीदार ने सानूं दस्सिया कि जे आप ये दो चीज़ों चंगी तरह मिला के जमीन च स्टार्टिंग च पा दीए तो सानूं बहुत बेनीफिट है। ये सानूं जिमीदार ने गाइड किया है। कुछ साल तो असी देखिया कि जिमीदार ने असी दस्सिया सानूं कि आ दो चीज़ां असी पाउंदे किवें, वो कहंदे तुहानूं दस्सिए तरीका ये पाउण दा बेस्ट है। जे आपां इहनूं यूरिया च मिला के छट्टा दिंदे आ ते रंग चेंज होंदा झोने दा, पहली गल तो है। ते टिलर्स है जो 2 तो 3 टिलर तो आम मामूली गल है कि वधदे वधदे है। जड़ जी बूटा पट के वेखदे आ, जड़ की जी बनावट है जी बढ़ोतरी है बहुत चंगी तरह वध जाती है, फैल जाती है। अभी आप जाके तजर्बा देखिया जिमीदार का जरूर, उस तो बाद असी कहना गल तो ठीक है। असी तुहानूं यही तुहानूं सिफारिश करांगे कि जिवें जिमीदार वीर अपने करते पे इस चीज़ नूं, ये तुसी तारीफ ते जिहड़ा स्वाधीन है ये तुसी जमीन वास्ते जिहड़ा प्रोडक्ट है वरत सकते हो। और ये तुहानूं हर 5 लीटर पैकिंग अवेलेबल है, छोटी पैकिंग अवेलेबल है। हुण मुक्दी गल है कि आपां नूं इहदी डोज कितनी पानी है तो पाना किवें, इहदा सिंपल है कि 500 ml जिहड़ा है तारीफ है तो 500 ग्राम जी स्वाधीन है। ये दोवां आपां यूरिया मिलाना है। यूरिया की वही जिवें आपां गल करते हैं कि यूरिया पाउण वेले यूरिया च पहले इनू मिक्स करांगे, आपां तारीफ को मिक्स करांगे। तारीफ को जो मिक्स कर दोगे वो बाद हत्थां नाल यूरिया ला लिया मिला लिया नूं, जो रल गया उसके बाद तुसीं जिहड़ा तारीफ है स्वाधीन का डब्बा है इनू खोलो। 500 ग्राम के हिसाब नाल तुसीं जिहड़ा खाद जिन्नी यूरिया आपां 25-30 किलो 35 किलो पानी है यूरिया खेत च पानी है, ये असीं मिला के बड़े आराम नाल पा सकते हैं। इन्ना फर्क ये पै जाऊगा कि जिमें ही मतलब ये पेगा वो बाद ही तीजे चौथे दिन जी है वो फसल लगना स्टार्ट हो जाएगा। हुण जे स्टार्टिंग च असी जमीन च रोग नूं रोक लिया तो समझ लो तुसीं काफ़ी हद तक असी अपने बचा कर लिया।
ਬਚਾਅ ਕਰ ਲਿਆ ਤੇ ਜਿਹੜੀ ਬਾਕੀ ਜਿਹੜੀ ਅੱਗੇ ਲੋੜ ਅਗਲੇ ਫੇਜ਼ ਆਉਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਰੀਪਰੋਡਕਟਿਵ ਫੇਜ਼ ਹੈ, ਉਹ ਬੜੇ ਆਰਾਮ ਨਾਲ ਅਸੀਂ ਸੰਭਾਲ ਸਕਦੇ ਹਾਂ। ਮੈਂ ਤੁਹਾਨੂੰ ਇਹ ਕਹਿਣਾ ਭੁੱਲ ਗਿਆ ਕਿ ਅੱਜ ਜਿਹੜੀ ਆਪਣੇ ਆਨਲਾਈਨ ਕਾਨਫਰੰਸ ਜਿਹੜੀ ਸੈਮੀਨਾਰ ਚੱਲ ਰਿਹਾ ਹੈ, ਉਹਦਾ ਇਹ ਕਿ ਮੈਂ ਤੁਹਾਨੂੰ ਬੋਲਦਾ ਜਾ ਰਿਹਾ ਬਟ ਕਿਵੇਂ ਕਹਿਣਾ ਤੁਹਾਨੂੰ ਮੈਂ ਸੁਣ ਨਹੀਂ ਪਾ ਰਿਹਾ। ਉਹਦੇ ਵਾਸਤੇ ਜਿਹੜਾ ਸਾਈਟ 'ਚ ਜਿਹੜੀ ਵਿੰਡੋ ਹੈ, ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਜ਼ਿਮੀਂਦਾਰ ਵੀਰਾਂ ਨੂੰ, ਤੁਹਾਡੇ ਕੁਝ ਸੁਝਾਅ ਹੋਣਗੇ ਬਹੁਤ ਚੰਗੇ, ਕੋਈ ਤੁਹਾਡੇ ਸੁਝਾਅ ਸਾਨੂੰ ਰਾਹ ਪਾਉਂਦੇ ਨੇ, ਅਸੀਂ ਅੱਗੇ ਜਾ ਕੇ ਕੰਪਨੀ ਦੱਸਦੇ ਹਾਂ ਅਸੀਂ ਕਈ ਚੰਗੀ R&D ਕੀਤੀ ਜਾ ਸਕਦੀ ਹੈ ਸਾਡੇ ਨਾਲ, ਜਿਹੜੀ ਚੀਜ਼ਾਂ ਤੁਸੀਂ ਸੁਝਾਅ ਸਾਨੂੰ ਦਿਓਗੇ। ਤੁਹਾਡਾ ਕੋਈ ਕੁਐਸਚਨ ਹੈ, ਤੁਹਾਡਾ ਕੋਈ ਵੀ ਤੁਹਾਡਾ ਕੁਐਸਚਨ ਆ ਰਿਹਾ ਕਿਸੇ ਪ੍ਰੋਡਕਟ ਨੂੰ ਅੱਗੇ ਜਾਂ ਟੈਕਨੀਕ ਨੂੰ ਲੈ ਕੇ, ਤੁਸੀਂ ਪਲੀਜ਼ ਕਿਰਪਾ ਕਰਕੇ ਜਿਹੜੇ ਨਾਲ ਸੱਜੇ ਪਾਸੇ ਜਿਹੜਾ ਚੈਟ ਬਾਕਸ ਹੈ ਤੁਸੀਂ ਉਹ 'ਚ ਤੁਸੀਂ ਸਟਾਰਟ ਕਰੋ। ਉਹ ਸਵਾਧੀਨ ਦੀ ਸਭ ਤੋਂ ਵੱਡੀ ਗੱਲ ਹੈ, ਦੱਸਾਂ ਸਵਾਧੀਨ ਤੇ ਤਾਰੀਫ ਦੀ ਹਮੇਸ਼ਾ ਇਹ ਤਾਰੀਫਯੋਗ ਹੀ ਹੈ। ਜੇ ਬੰਦਾ ਜ਼ਿਮੀਂਦਾਰ ਨੂੰ ਪਾਉਂਦਾ ਹੈ ਉਹ ਤਾਰੀਫ ਹੀ ਪਾਉਂਦਾ ਹੈ, ਕਿਉਂਕਿ ਉਹ ਕਹਿੰਦਾ ਯਾਰ ਤੇਰੀ ਦੂਜਾ ਜ਼ਿਮੀਂਦਾਰ ਕਹਿੰਦਾ ਫਸਲ ਬਹੁਤ ਚੰਗੀ ਹੈ, ਤੂੰ ਕੀ ਪਾਇਆ, ਤੇ ਤਾਰੀਫ ਦਾ ਜਿਹੜਾ ਹੈਗਾ ਹੱਕਦਾਰ ਜ਼ਿਮੀਂਦਾਰ ਬੰਦਾ ਐਸੇ ਨਾ ਹੀ ਤਾਰੀਫ ਹੈਗਾ। ਤੁਸੀਂ ਇਹਨੂੰ ਪਾ ਕੇ ਵੇਖੋ ਤੇ ਤੁਸੀਂ ਤਜਰਬਾ ਕਰੋ, ਹਫਤੇ ਬਾਅਦ ਖੇਤ 'ਚ ਜਾਓ, ਗੇੜਾ ਲਾਓ, ਤੁਹਾਨੂੰ ਇਹ ਮਹਿਸੂਸ ਹੋਏਗਾ ਕਿ ਜਾਂਦੇ ਸਾਥ ਮਹਿਸੂਸ ਹੋਏਗਾ ਕਿ ਹਾਂ ਵੀ ਮੈਂ ਕੁਝ ਪਾਇਆ, ਜਿਹੜਾ ਮੈਂ ਖਰਚਾ ਇਨਵੈਸਟਮੈਂਟ ਕੀਤੀ ਹੈ ਮੇਰੀ ਪੂਰੀ ਹੋਈ ਹੈ। ਜਿਹੜਾ ਜ਼ਿਮੀਂਦਾਰ ਉਹ ਖਰਚਾ ਕਰਨ ਤੋਂ ਕਦੀ ਨਹੀਂ ਹਟਦਾ। ਸਿਰਫ ਗੱਲ ਕੀ ਖਰਚਾ ਕਦੋਂ ਕਰਨਾ ਉਹ ਬਹੁਤ ਇੰਪੋਰਟੈਂਟ ਹੈ। ਜੇ ਆਪਾਂ ਭੁੱਖ ਲੱਗੀ ਤੇ ਖਾਣਾ ਖਾ ਲਵਾਂਗੇ ਸਾਨੂੰ ਜ਼ਿਆਦਾ ਫਾਇਦਾ ਕਰਦੀ ਹੈ, ਜੇ ਭੁੱਖ ਦਾ ਟਾਈਮ ਲੰਘ ਜਾਏ, ਰੋਟੀ ਦਾ ਟਾਈਮ ਲੰਘ ਜਾਏ, ਕੋਈ ਚੀਜ਼ ਪਾਉਂਦੇ ਉਹਦਾ ਨਾ ਬੈਨੀਫਿਟ ਨਹੀਂ ਮਿਲਦਾ। ਇਹ ਸਾਡੇ ਲਈ ਬਹੁਤ ਜ਼ਰੂਰੀ ਚੀਜ਼ ਹੈ। ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਆ ਰਹੀ ਹੈ ਆਪਣੀ, ਉਹ ਆਪਣੀ ਤੁਹਾਨੂੰ ਮੈਂ ਜਿਵੇਂ ਸਟਾਰਟਿੰਗ ਕਿਹਾ ਸੀਗਾ ਕਿ ਅੱਜ ਜਿਹੜਾ ਝੋਨਾ ਲੱਗ ਰਿਹਾ ਉਹ ਜ਼ਿਮੀਂਦਾਰ ਵੀਰ ਆਪਣੇ ਸਿੱਧੀ ਬਿਜਾਈ ਵੀ ਕਰ ਰਹੇ ਨੇ। ਕਿ ਜ਼ਿਮੀਂਦਾਰ ਆਪਣੀ ਜਿਵੇਂ ਝੋਨਾ ਲਾਉਂਦੇ ਖੇਤ 'ਚ, ਉਹਦੇ ਕਾਰਨ ਜਿਹੜੀ ਸਮੱਸਿਆ ਜਿਹੜੀ DSR ਆਪਾਂ ਨੂੰ ਕਹਿੰਦੇ ਆ, ਉਹ ਕਈ ਸਾਲ ਪਹਿਲੇ ਜ਼ਿਮੀਂਦਾਰਾਂ ਨੇ ਸਟਾਰਟ ਕੀਤੀ ਬਟ ਛੱਡ ਗਏ ਸੀ, ਕਿਉਂਕਿ ਉਸ ਟਾਈਮ ਸਾਡੇ ਕੋਲ ਕੋਈ ਚੰਗੇ ਨਦੀਨਨਾਸ਼ਕ ਦਵਾਈਆਂ ਨਹੀਂ ਸੀ। ਲੇਬਰ ਦੀ ਪ੍ਰੋਬਲਮ ਬਹੁਤ ਵੱਡੀ ਆਪਣੀ ਰਹੀ ਹੈ ਤੇ ਨਦੀਨਾਂ ਦੇ ਚੱਕਰ 'ਚ ਆਪਾਂ ਨੂੰ ਹੁਣ ਦੁਬਾਰਾ ਝੋਨਾ ਖੜਾ ਕੱਦੂ ਕਰਕੇ ਆਪਾਂ ਜਿਹੜਾ ਜ਼ਮੀਨ ਨੂੰ ਵਾਹ ਕੇ ਆਪਾਂ ਕੱਦੂ ਕਰਕੇ ਅਸੀਂ ਝੋਨਾ ਲਾਉਂਦੇ ਹਾਂ। ਉਹ 'ਚ ਆਪਾਂ ਕੀ ਗਵਾਉਂਦੇ ਹਾਂ, ਜ਼ਮੀਨ ਦੀ ਜਿਹੜੀ ਭੌਤਿਕ ਸ਼ਕਤੀ ਹੈ ਖਤਮ ਹੋ ਰਹੀ ਹੈ, ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕਰਨੀ ਪੈ ਰਹੀ ਹੈ, ਬਹੁਤ ਪਾਣੀ ਵੇਸਟ ਜਾ ਰਿਹਾ, ਆਪਣੇ ਰਿਸੋਰਸਿਸ ਜਿਹੜੇ ਨੇ ਪੰਜਾਬ ਦੀ ਜ਼ਮੀਨਾਂ 'ਚੋਂ ਹੋ ਜੋ ਹੈ। ਨਾਲ ਜਿਹੜੀ ਖੁਰਾਕ ਦੇ ਆਪਾਂ ਖੁਰਾਕੀ ਤੱਤ ਕਹਿ ਰਹੇ ਹਾਂ, ਨਾਈਟ੍ਰੋਜਨ ਫਾਸਫੋਰਸ ਦੀ ਲੋੜ ਵੱਧ ਜਾਂਦੀ ਹੈ। ਜੇ ਅਸੀਂ 15-15 20% ਜੇ ਆਪਾਂ ਪਾਣੀ ਦੇ ਬਚਤ ਨੂੰ ਬਚਾ ਲਈਏ, ਆਪਾਂ ਖਾਦ ਦੀ ਜਿਹੜੀ ਵਰਤੋਂ ਹੈ ਸੁਚੱਜੀ ਵਰਤੋਂ ਕਰ ਲਈਏ, ਖਾਦ ਠੀਕ ਪਾ ਲਈਏ ਆਪਾਂ, ਤੇ ਮੰਨ ਕੇ ਚੱਲੋ ਕਿ ਅਸੀਂ ਕਾਫੀ ਹੱਦ ਤੱਕ ਆਪਣਾ ਖਰਚਾ ਘਟਾ ਸਕਦੇ ਹਾਂ। ਉਹਦੇ ਕਾਰਨ ਅੱਜ ਦੇ ਟਾਈਮ 'ਚ ਕਈ ਤਰ੍ਹਾਂ ਦੇ ਜਿਹੜੇ ਆਪਣੇ ਨਦੀਨਨਾਸ਼ਕ ਦਵਾਈਆਂ ਨੇ ਅਵੇਲੇਬਲ ਨੇ। ਅਸੀਂ ਜਿਹੜੀ ਸਾਡੀ ਸੋਮੀਟੋਮ ਹੈ, ਜਾਪਾਨੀ ਟੈਕਨੋਲੋਜੀ ਨਾਲ ਅਸੀਂ ਤਿਆਰ ਕੀਤੀ ਪ੍ਰੋਡਕਟ ਹੈ ਜਨੂਨ, ਜਿਹੜਾ ਵੈ ਇਹ ਅਸੀਂ ਦੇ ਰਹੇ ਹਾਂ। ਜਨੂਨ ਜਿਹੜਾ ਵੈ ਹੁਣ ਜਨੂਨ ਪਾਉਣਾ ਕਦੋਂ ਹੈ, ਇਹਦੀ ਡੋਜ਼ ਕੀ ਹੈ ਤੇ ਕਿਹੜੀ ਸਾਵਧਾਨੀਆਂ ਵਰਤਣੀਆਂ ਤੇ ਕੀ ਇਹਦੇ ਫਾਇਦੇ ਉਹਦੀ ਆਪਾਂ ਡਿਸਕਸ ਕਰ ਰਹੇ ਹਾਂ। ਜਨੂਨ ਉੱਚਤਮ ਦਰਜੇ ਦਾ ਜਿਹੜਾ ਵੈ ਇੱਕ ਨਦੀਨਨਾਸ਼ਕ ਹੈ। ਇਹ ਕਈ ਮੇਰੇ ਵੀਰ ਕਈ ਸਾਲ ਤੋਂ ਵਰਤ ਵੀ ਰਹੇ ਆ, ਤੇ ਬਾਕੀ ਦੱਸਣਾ ਮੇਰਾ ਕੰਮ ਹੈ, ਦੱਸਣਾ ਜ਼ਰੂਰੀ ਚਾਹੀਦਾ ਆਪਾਂ ਨੂੰ, ਕਿਉਂਕਿ ਰਿਫਰੈਸ਼ ਕਰਨਾ ਮੈਮਰੀ ਨੂੰ ਆਪਣਾ ਬਹੁਤ ਜ਼ਰੂਰੀ ਹੈ। ਇਹਦਾ ਕੰਮ ਕੀ ਹੈ, ਜਦੋਂ ਇਹ ਹੁਣ ਇੱਕ ਹੁੰਦੀ ਅਵਸਥਾ ਹੁੰਦੀ, ਏਜ ਹੁੰਦੀ ਕਿਸੇ ਚੀਜ਼ ਦੀ, ਤੇ ਇਹ ਨੋਟਿਸ ਕਰੋ ਕਿ ਜਦੋਂ ਨਦੀਨ ਆਪਣਾ ਹੋਇਆ ਹੈ ਉਹ 2 ਤੋਂ 5 ਪੱਤੀ ਦਾ ਹੋ ਜਾਵੇ, ਆਪਾਂ ਨੂੰ ਉਸ ਟਾਈਮ ਇਹਨੂੰ ਯੂਜ਼ ਕਰਨਾ ਚਾਹੀਦਾ। ਫਾਇਦਾ ਇਹ ਹੈ ਕਿ ਜ਼ਿਮੀਂਦਾਰ ਕੋਲ ਚੋਇਸ ਹੈਗੀ ਹੈ। ਚੋਇਸ ਕਿਵੇਂ ਹੈ ਕਿ ਉਹ ਇਹ ਵੇਖ ਸਕਦਾ ਹੈ ਕਿ ਬਈ ਮੈਨੂੰ ਪਾਉਣਾ ਕਦੋਂ ਹੈ। ਹੁਣ ਇਹਨੂੰ ਪਾਉਣ ਦਾ ਕਿ 10 ਤੋਂ ਲੈ ਕੇ ਜੇ ਝੋਨਾ ਲੱਗ ਗਿਆ ਆਪਣਾ 10 ਦਿਨ ਤੋਂ ਲੈ ਕੇ ਤੁਸੀਂ ਇਹਨੂੰ 20 ਤੋਂ 25 ਦਿਨ ਤੱਕ ਨੂੰ ਪਾ ਸਕਦੇ ਹੋ। ਤੁਹਾਡੇ ਕੋਲ ਇੱਕ ਵਿੰਡੋ ਖੁੱਲੀ ਹੋਈ ਹੈ। ਜਿਹੜੇ ਕਈ ਨਦੀਨਨਾਸ਼ਕ ਆਪਾਂ ਸਟਾਰਟਿੰਗ ਪਾਉਣ 2 ਦਿਨ 'ਚ ਖਤਮ ਕਰਨੇ ਪੈਂਦੇ ਆ, 48 ਘੰਟੇ ਪਾ ਦਿਓ, ਉਸ ਤੋਂ ਬਾਅਦ ਲੋੜ ਨਹੀਂ ਪਾਉਣ ਦੀ, ਜਾਂ ਆਪਾਂ ਨੂੰ 5-7 ਦਿਨ 'ਚ ਖਤਮ ਕਰਨੇ ਪੈਂਦੇ ਆ। ਇਹ 'ਚ ਤੁਹਾਡੇ ਕੋਲ ਵਿੰਡੋ ਲੰਮੀ ਬਹੁਤ ਹੈ, ਤੁਸੀਂ ਡਿਸੀਜਨ ਲੈ ਸਕਦੇ ਹੋ। ਤੁਸੀਂ ਇਹ ਡਿਸੀਜਨ ਲੈ ਕੇ ਤੁਸੀਂ ਜਿਹੜਾ ਹੈ ਇਹ ਕੰਮ ਕਰ ਸਕਦੇ ਹੋ। ਬੜਾ ਈਜ਼ੀ ਤਰੀਕਾ ਹੈ ਜੀ, ਆਪਣਾ ਪਾਣੀ ਖੇਤ 'ਚੋਂ ਬਾਹਰ ਕੱਢੋ। ਉਹਦਾ ਕਾਰਨ ਕੀ ਹੈ ਕਿ ਇਹ ਪੱਤਿਆਂ ਰਾਹੀਂ ਇਹਨੇ ਕੰਮ ਕਰਨਾ। ਤੁਸੀਂ ਜੇ ਤੁਹਾਡੇ ਪੱਤੇ ਨੰਗੇ ਆ, ਉਹ 'ਚ ਪਾਣੀ ਨਹੀਂ ਖੜਾ, ਤੇ ਬਹੁਤ ਚੰਗਾ ਕੰਮ ਕਰੂਗਾ। ਤੇ ਪਾਣੀ ਆਪਾਂ ਨੂੰ ਬਾਹਰ ਕੱਢਣਾ, ਜਿਹੜੇ ਆਪਣਾ ਪਾਣੀ ਕੱਢ ਦਿੱਤਾ ਬਾਹਰ, 48 ਤੋਂ 72 ਘੰਟੇ ਬਾਅਦ ਦੁਬਾਰਾ ਪਾਣੀ ਲਾ ਦਿਓ। ਹੁਣ ਇਹਨਾਂ ਕੰਮ ਕਰੋ ਸਟਾਰਟ, ਤਕਰੀਬਨ ਚੌਥੇ-ਪੰਜਵੇਂ ਦਿਨ ਕੀ ਕਰਨਾ, ਨਦੀਨ ਨੇ ਜਿਹੜਾ ਵੈ ਉਹ ਪੀਲੇ ਪੈਣ ਲੱਗ ਪੈਣਾ। ਪੀਲਾ ਕਿਉਂ ਪੈਂਦਾ, ਕਿਉਂਕਿ ਜਿਹੜਾ ਉਹਦੇ 'ਚ ਐਨਰਜੀ ਆ ਰਹੀ ਹੈ, ਜਿਹੜਾ ਖੁਰਾਕ ਉਹ ਲੈ ਰਿਹਾ ਲਗਾਤਾਰ ਜ਼ਮੀਨ ਤੋਂ, ਜਿਹੜੀ ਖੁਰਾਕ ਅਸੀਂ ਝੋਨੇ ਵਾਸਤੇ ਪਾਈ ਹੈ ਉਹ ਲੈ ਕੌਣ ਰਿਹਾ, ਨਦੀਨ ਲੈ ਰਿਹਾ। ਤੇ ਉਹ ਨਦੀਨ ਜਿਹੜੇ ਸੁੱਕਣੇ ਸਟਾਰਟ ਹੋ ਜਾਣਗੇ, ਜਦੋਂ ਜਿਹੜੀ ਖੁਰਾਕ ਹੈ ਉਹ ਲੱਗਣੀ ਕਿਦੋਂ ਸਟਾਰਟ ਹੋਏਗੀ, ਝੋਨੇ ਨੂੰ, ਜਿਸ ਵਾਸਤੇ ਅਸੀਂ ਪਾਈ ਹੈ, ਤੇ ਝੋਨਾ ਉੱਪਰ ਨੂੰ ਜਾਣਾ ਸਟਾਰਟ ਹੋ ਜਾਊਗਾ। ਪਰ ਜੇ ਨਦੀਨ ਤੁਸੀਂ ਵਧਾ ਲੇ 6ਵੀਂ ਪੱਤੀ ਤੋਂ ਬਾਅਦ ਇਹਦਾ ਜਿਹੜਾ ਅਸਰ ਹੈ ਘਟਣਾ ਸਟਾਰਟ ਹੋ ਜਾਊਗਾ। ਡੋਜ਼ ਜਿਹੜੀ ਹੈ ਇਹ 100 ml ਜਿਹੜੀ ਡੋਜ਼ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ, ਬਟ ਜ਼ਿਮੀਂਦਾਰ ਮੇਰੇ ਵੀਰ 120 ਤੱਕ ਜਾ ਸਕਦੇ ਆ ਜੇ ਤੁਹਾਨੂੰ ਨਦੀਨ ਦੀ ਸਮੱਸਿਆ ਕੋਈ ਜ਼ਿਆਦਾ। ਪਰ 100 ਜਿਹੜੀ ਹੈ ਉਹ ਬਹੁਤ ਹੈ। 100 ml ਛੋਟੀ ਘੱਟ ਮਿਕਦਾਰ 'ਚ ਹੀ ਜਿਹੜਾ ਆਪਾਂ ਨੂੰ ਰਿਜ਼ਲਟ ਮਿਲਦਾ ਪਿਆ ਆਪਾਂ ਨੂੰ ਇਸ ਚੀਜ਼ ਦਾ। ਤੇ ਇਹ ਜਿੰਨੇ ਵੀ ਆਪਣੇ ਵੇਖ ਲਓ ਜੀ ਘਾਵਲੇ ਜਿਹੜੀਆਂ ਨਦੀਨ ਨੇ, ਤੇ ਜਿਹੜੇ ਆਪਾਂ ਚੌੜੇ ਪੱਤੇ ਵਾਲੇ ਆ, ਬਰੀਕ ਘਾਵਲੇ ਨਦੀਨ ਨੇ, ਸਭ ਨੂੰ ਕੰਟਰੋਲ ਕਰਦਾ। ਇਹ ਤਾਂ ਮੈਂ ਥੋੜੀ ਪਿਕਚਰ ਦਿਖਾਉਣਾ ਚਾਹੁੰਦਾ ਉਹਦੇ ਵਾਸਤੇ। ਆ ਜਿਹੜੇ ਆਪਣੇ ਨਦੀਨ ਨੇ ਸਾਰੀ ਵੇਖ ਸਕਦੇ ਹੋ। ਮੋਥਾ ਹੈ, ਮੋਥੀ ਹੈ,
ਢੀਲਾ ਮੋਥਾ ਤੋਂ ਢੀਲਾ ਕਈ ਵਾਰ ਨਹੀਂ ਮਰਦਾ, ਬਹੁਤ ਸਖਤ ਅੜੀਅਲ ਹੁੰਦਾ ਹੈ ਕਿ ਮੂੰਹ ਮੁਰਕਦੀ ਆਉਂਦਾ, ਮਦਾਨਾ ਵੈ, ਇਹ ਦੇਖੋ ਤੁਸੀਂ ਕਣਕੀ, ਇਹ ਸਾਰੇ ਜਿਹੜੇ ਤੁਹਾਨੂੰ ਜਾਣਦੇ ਤੁਹਾਡੇ ਜਾਣਦੇ ਪਛਾਣੇ ਨਦੀਨ ਨੇ, ਇਹ ਸਾਰੇ ਦੇ ਸਾਰੇ ਜਿਹੜੇ ਵੇ ਇਹ ਆਪਣਾ ਜਨੂਨ ਜਿਹੜਾ ਵੇ ਇਹਨੂੰ ਕੰਟਰੋਲ ਕਰਦਾ। ਕਈ ਵਾਰ ਕੀ ਹੁੰਦਾ ਖੇਤ 'ਚ ਅੜੀਅਲ ਨਦੀਨ ਹੁੰਦੇ ਆ ਜਿਹੜੇ ਕਿ ਨਹੀਂ ਮਰਦੇ, ਤੇ ਜ਼ਿਮੀਂਦਾਰ ਵੀਰ ਇਹਨੂੰ ਇੱਕ ਹੋਰ ਚੀਜ਼ ਯੂਜ਼ ਕਰਦੇ ਆ। ਇਹ ਸਾਡੇ ਕੋਲ ਪ੍ਰੋਡਕਟ ਹੈ ਸੈਲਮਿਕਸ ਹੈ, ਇਹ ਤੁਸੀਂ ਦੋਵਾਂ ਨੂੰ ਮਿਲਾਉਣਾ। ਇਹ ਤੁਸੀਂ 8 ਗ੍ਰਾਮ ਦੀ ਜਿਹੜੀ ਪੁੜੀ ਹੈ ਇਹ ਕਿੱਲੇ ਵਾਸਤੇ ਹੈ। ਆਪਾਂ ਜਿਹੜੀ ਇਹ ਪੁੜੀ 8 ਗ੍ਰਾਮ ਦੀ ਹੈ, ਇਹਨੂੰ ਅਸੀਂ 8 ਜਿਹੜੇ ਆ ਡੱਬੇ ਆ ਲੀਟਰ ਦੇ 8 ਲੀਟਰ ਜਿਹਨੂੰ ਘੋਲ ਲੈਣਾ, ਤੇ ਬਾਅਦ 'ਚ ਅਸੀਂ 1 ਲੀਟਰ ਜਿਹੜਾ ਵਾ ਇੱਕ ਡੱਬਾ ਜਿਹੜਾ ਉਹਨੂੰ ਅਸੀਂ ਪੰਪ 'ਚ ਪਾਈ ਢੋਲੀ 'ਚ ਪਾਈ ਜਾਣਾ, ਤੇ ਨਾਲ ਦੇ ਜਿਹੜਾ ਵਾ ਜਨੂਨ ਹੈ ਇਹਨੂੰ ਪਾਈ ਮਿਲਾ ਕੇ ਅਸੀਂ ਸਪਰੇਅ ਕਰ ਸਕਦੇ ਹਾਂ। ਇਹਦਾ ਕੰਬੀਨੇਸ਼ਨ ਬਹੁਤ ਚੰਗਾ, ਤੁਸੀਂ ਇਹਨੂੰ ਵਰਤ ਸਕਦੇ ਹੋ। ਨਦੀਨਾਂ ਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਖਰਚਾ, ਆਪਾਂ ਨੂੰ ਪਤਾ ਕਿ ਤਕਰੀਬਨ 33 ਤੋਂ ਲੈ ਕੇ 50% ਤੱਕ ਜਿਹੜਾ ਹੈਗਾ ਆਪਣਾ ਖਰਚਾ ਪੂਰਾ ਉਹ ਜ਼ਿਮੀਂਦਾਰ ਨੂੰ ਬਹੁਤ ਲਾਸ ਹੁੰਦਾ। ਤੇ ਅਸੀਂ ਐਂਡ ਤੱਕ ਅਸੀਂ ਸੰਘਰਸ਼ ਕਰਦੇ ਹਾਂ, ਮਤਲਬ ਕੰਟਰੋਲ 'ਚ ਜਾਂਦਾ। ਇਸ ਲਈ ਜਿਹੜੀ ਪਹਿਲੀ ਅਵਸਥਾ ਹੈ ਇਹਨੂੰ ਕੰਟਰੋਲ 'ਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਤੇ ਤੁਹਾਡਾ ਜੇ ਮੇਰੇ ਵੀਰ ਦਾ ਕੋਈ ਪ੍ਰਸ਼ਨ ਹੈ ਅਸੀਂ ਪੁੱਛ ਸਕਦੇ ਹਾਂ। ਤੁਹਾਨੂੰ ਮੈਂ ਦੁਬਾਰਾ ਥੋੜ੍ਹਾ ਜਿਹਾ ਦੱਸਣਾ ਚਾਹੂੰਗਾ। ਤੁਸੀਂ ਆਹ ਵੇਖ ਰਹੇ ਹੋ ਜਿਵੇਂ ਆਹ ਪਿਕਚਰ 'ਚ, ਠੀਕ ਹੈ, ਆਹ ਜਿਵੇਂ ਜੜ ਜਿਵੇਂ ਵਧੀ ਜਾਏਗੀ ਨਦੀਨ ਦੀ, ਉਸ ਹਿਸਾਬ ਨਾਲ ਜਿਹੜਾ ਵਾ ਉਹ ਕੰਟਰੋਲ ਕਰਨਾ ਔਖਾ ਹੁੰਦਾ, ਕਿਉਂਕਿ ਆਪਣੀ ਉਹ ਗ੍ਰਿਪ ਬਣਾ ਲੈਂਦਾ ਜ਼ਮੀਨ 'ਚ। ਮੈਂ ਹੁਣ ਕੁਝ ਕੁਐਸਚਨ ਜਿਹੜੇ ਨੇ ਮੈਂ ਜਵਾਬ ਦੇਣਾ ਚਾਹੂੰਗਾ, ਤੁਹਾਡੇ ਕੋਲ ਸੁਝਾਅ ਵੀ ਆਏ ਨੇ। ਬਿਲਕੁਲ ਸਮਝਦਾਰ ਕਿ ਜ਼ਿਮੀਂਦਾਰ ਵੀਰ ਨੇ ਲਿਖਿਆ ਕਿ ਸਵਾਧੀਨ ਤਾਰੀਫ ਦਾ ਜੇ ਆਪਾਂ ਜੇ ਸਾਥ ਦਿੱਤਾ ਆਪਾਂ ਤੇ ਜੜ ਦੀ ਜਿਹੜੀ ਮਜ਼ਬੂਤੀ ਹੈ, ਬਿਲਕੁਲ ਜ਼ਿਮੀਂਦਾਰ ਵੀਰ ਬਿਲਕੁਲ ਠੀਕ ਹੈ। ਤੁਸੀਂ ਇਹ ਤੁਹਾਡਾ ਆਪਣਾ ਤਜਰਬਾ ਹੈ, ਤੁਸੀਂ ਕਰਕੇ ਵੇਖਿਆ ਵੈ। ਇੱਕ ਮੇਰੇ ਜ਼ਿਮੀਂਦਾਰ ਵੀ ਕਹਿੰਦੇ ਕਿ ਆਪਾਂ ਨਿਊਟਰੀਅਸ 90 ਦਾ ਮਾੜਾ ਦੱਸੋ ਦੁਬਾਰ ਤੋਂ ਕਿ ਅਸੀਂ ਕਿੰਨਾ ਪਾਉਣਾ। ਅਸੀਂ 3 ਕਿਲੋ ਦੇ ਹਿਸਾਬ ਨਾਲ ਜਿਹੜਾ ਵੈ ਤੁਹਾਨੂੰ ਮੈਂ ਦੁਬਾਰਾ ਦੱਸਣਾ ਚਾਹੁੰਦਾ ਕਿ 3 ਕਿਲੋ ਇਹਦੀ ਪੈਕਿੰਗ ਵੇਖਦੇ ਹੋ ਤੁਸੀਂ, ਇਹ ਤੁਹਾਡੇ ਕਿੱਲੇ ਦੀ ਹੈ। ਇਹਨੂੰ ਅਸੀਂ ਯੂਰੀਆ ਪਾਉਣ ਵੇਲੇ ਜਾਂ ਪਹਿਲੇ ਯੂਰੀਆ ਨਾਲ ਦੂਜੇ ਯੂਰੀਆ ਨਾਲ ਮਿਲਾ ਕੇ ਪਾ ਸਕਦੇ ਹਾਂ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਸਟਾਰਟਿੰਗ 'ਚ ਇਹਨੂੰ ਪਾ ਸਕਦੇ ਹਾਂ ਆਪਾਂ। ਇਹਦੇ ਨਾਲ ਜਿਹੜੀ ਜ਼ਮੀਨ ਦੀ ਬਣਤਰ ਹੈ ਤੇ ਜਿਹੜੇ ਖੁਰਾਕੀ ਤੱਤ ਪੂਰੇ ਹੈ ਇਹ ਸੰਤੁਲਿਤ ਭੋਜਨ ਹੈ, ਜਿਹਨੂੰ ਆਪਾਂ ਖੇਤੀ ਦਾ ਚੌਕਾ ਵੀ ਕਹਿੰਦੇ ਹਾਂ ਕਿ ਚੌਥਾ ਇੰਪੋਰਟੈਂਟ ਤੱਤ ਹੈ, ਜਿਹੜਾ ਕਿ ਅਸੀਂ ਕਹਿੰਦੇ ਸੀ ਸੈਕੰਡਰੀ ਨਿਊਟ੍ਰੀਐਂਟ ਹੈ, ਜਿਹੜਾ ਹੁਣ ਹੋ ਗਿਆ ਪ੍ਰਾਇਮਰੀ। ਜਿਵੇਂ NPK ਯੂਰੀਆ ਉਸ ਤਰ੍ਹਾਂ ਹੀ ਜਿਹੜਾ ਹੈ ਸਲਫਰ ਹੈ, ਜਿਹੜਾ ਕਿ ਨਿਊਟਰੀਅਸ 90 ਨਾਲ ਆਪਾਂ ਨੂੰ ਮਿਲਦਾ, ਇਹ ਅਸੀਂ ਵਰਤਣਾ ਚਾਹੀਦਾ ਆਪਾਂ ਨੂੰ। ਉਹ ਜ਼ਿਮੀਂਦਾਰ ਮੇਰੇ ਵੀਰ ਕਹਿ ਰਹੇ ਨੇ ਕਿ ਟ੍ਰਾਈਕੋਸੂਡੋ ਬਾਰੇ ਮਾੜਾ ਦੱਸੋ ਦੁਬਾਰਾ ਤੋਂ ਕਿ ਅਸੀਂ ਇਹਨੂੰ ਕਿਵੇਂ ਮਿਲਾਉਣਾ। ਟ੍ਰਾਈਕੋਸੂਡੋ ਇਹ ਜੀ ਟ੍ਰਾਈਕੋਸੂਡੋ ਬਹੁਤ ਇੱਕ ਉੱਚਤਮ ਪ੍ਰੋਡਕਟ ਹੈ, ਜਿਹੜੇ ਕਿ ਜ਼ਮੀਨਾਂ 'ਚ ਸੀਗੇ ਆਪਣੇ, ਬਟ ਹੁਣ ਜ਼ਮੀਨ 'ਚ ਨਹੀਂ ਰਹੇ। ਆਪਾਂ ਨੂੰ ਇਹਨੂੰ ਦੁਬਾਰਾ ਤੋਂ ਸੁਰਜੀਤ ਕਰਨਾ ਹੈ, ਦੁਬਾਰਾ ਤੋਂ ਪੈਦਾ ਕਰਨਾ। ਜਦੋਂ ਇਹ ਵੱਧ ਜਾਣਗੇ ਤੁਸੀਂ ਮਹਿਸੂਸ ਕਰੋਗੇ 2-4 ਸਾਲਾਂ ਬਾਅਦ ਅੱਜ ਜਿਹੜੇ ਬੂਟੇ ਆਪਣੇ 100 ਬੂਟੇ ਮਰਦੇ ਆ, ਉਹ ਅਗਲੇ ਸਾਲ ਤੁਹਾਡੇ ਜਿਹੜੇ ਆ ਘੱਟ ਤੋਂ ਘੱਟ 30 ਬੂਟੇ ਮਰਨਗੇ। ਜੇ ਆਪਾਂ 70% ਕੰਟਰੋਲ ਕਰ ਲਿਆ ਬਹੁਤ ਵੱਡੀ ਗੱਲ ਹੈ। ਉਸ ਤੋਂ ਅਗਲੇ ਸਾਲ ਹੋਰ ਘਟਣਗੇ। ਇਸ ਤਰ੍ਹਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਜਿਹੜੀ ਸਿਹਤ ਹੈ ਉਹਨੂੰ ਟਾਈਮ ਲੱਗਦਾ ਠੀਕ ਹੋਣ 'ਚ, ਜੇ ਬਹੁਤ ਮਾੜੀ ਹਾਲਤ 'ਚ ਪਹੁੰਚ ਜਾਵੇ। ਇਸ ਤਰ੍ਹਾਂ ਵੀ ਇਹ ਜਿਹੜੇ ਜੀਵਾਣੂ ਹੈ ਇਹਨਾਂ ਨੂੰ ਥੋੜ੍ਹਾ ਨੋਟ ਕਰੋ, ਤੁਹਾਡੀ ਜ਼ਮੀਨ 'ਚ ਜਿਹੜੀ ਵੈਲਿਊ ਹੈ ਉਹ ਵਧੇਗੀ, ਕਿਉਂਕਿ ਬਿਮਾਰੀ ਤੋਂ ਜ਼ਮੀਨ ਆਪਣੀ ਮੁਕਤ ਹੋ ਜਾਏਗੀ। ਉਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਦੇਖੋ ਮੈਂ ਤੁਹਾਨੂੰ ਬਾਰ-ਬਾਰ ਕਿਉਂ ਸਟ੍ਰੈਸ ਜ਼ਮੀਨ ਦੀ ਗੱਲ ਕਰ ਰਹੇ ਹਾਂ, ਜੜ ਦੀ ਗੱਲ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ ਬਾਰ-ਬਾਰ? ਇਹ ਮੇਰਾ ਕਹਿਣਾ ਮਤਲਬ ਅਸੀਂ ਇਹ ਜਦੋਂ ਖੇਤਾਂ ਜਾਂਦੇ ਹਾਂ ਅਸੀਂ ਵੇਖਦੇ ਹਾਂ ਜ਼ਿਮੀਂਦਾਰ ਨੂੰ ਵੇਖਦੇ ਹਾਂ ਕਿ ਜਦੋਂ ਐਂਡ ਆਉਂਦਾ ਟਾਈਮ ਤੋਂ ਜ਼ਿਮੀਂਦਾਰ ਬਹੁਤ ਜ਼ਿਆਦਾ ਮਤਲਬ ਜਦੋਂ ਖੜੀ ਫਸਲ ਸੁੱਕਦੀ ਹੈ ਤਾਂ ਸਾਨੂੰ ਬਹੁਤ ਦੁੱਖ ਹੁੰਦਾ। ਇਸ ਕਾਰਨ ਸਾਡਾ ਇਹ ਹੈ ਕਿ ਉਹ ਸਟਾਰਟਿੰਗ ਪੁਆਇੰਟ ਜਿਹੜਾ ਵੈ ਉਹ ਸਮਝਣਾ ਬਹੁਤ ਜ਼ਰੂਰੀ ਹੈ। ਜੇ ਆਪਾਂ ਸਟਾਰਟਿੰਗ ਦੇ 40-45 ਦਿਨ ਸੰਭਾਲ ਲਏ, ਖੁਰਾਕੀ ਤੱਤਾਂ ਨਾਲ ਤੇ ਨਦੀ ਨਾਸ਼ਕਾਂ ਨਾਲ ਆਪਾਂ ਬਚਾਅ ਕਰ ਲਿਆ ਫਸਲ ਦਾ, ਤੇ ਕਾਫੀ ਹੱਦ ਤੱਕ ਅਸੀਂ ਅੱਧੀ ਜਿਹੜੀ ਜੰਗ ਜਿੱਤ ਲਈ ਹੈ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਟਾਈਮ ਆਉਂਦਾ ਬਿਮਾਰੀਆਂ ਦਾ, ਕੀੜਿਆਂ ਦਾ, ਉਹ ਅਸੀਂ ਡਿਸਕਸ ਕਰਾਂਗੇ ਜਦੋਂ ਅਗਲਾ ਸੈਸ਼ਨ ਸਾਡਾ ਸਟਾਰਟ ਆਏਗਾ। ਅਸੀਂ ਮਤਲਬ ਉਹਨੂੰ ਸਟਾਰਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰੂਬਰੂ ਹੋਈਏ। ਸਾਡੇ ਜਿਹੜੇ ਫੀਲਡ 'ਚ ਮੁੰਡੇ ਕੰਮ ਕਰ ਰਹੇ ਆ ਉਹ ਤੁਹਾਨੂੰ ਪੂਰੇ ਮਿਲ ਰਹੇ ਨੇ। ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਸਾਡੇ ਸਾਰੇ ਪ੍ਰੋਡਕਟ ਜਿਹੜੇ ਨੇ ਇਹ 'ਚ ਕਸਟਮਰ ਕੇਅਰ ਦਾ ਨੰਬਰ ਲਿਖਿਆ ਪਿਆ ਜਿਹੜਾ ਟੋਲ ਫਰੀ ਹੈ। ਤੁਸੀਂ ਇਸ ਨੰਬਰ ਰਾਹੀਂ ਫੋਨ ਕਰੋਗੇ ਤਾਂ ਸਾਡੇ ਜਿਹੜੇ ਕੰਪਨੀ ਦੇ ਐਕਸਪਰਟ ਨੇ ਤੁਹਾਨੂੰ ਕਈ ਵਾਰ ਕਹਿੰਦਾ ਸੀ ਇਹ ਅਸਲ 'ਚ ਕੀ ਹੈ, ਪ੍ਰੋਡਕਟ ਨਹੀਂ ਹੈ, ਤੁਹਾਡਾ ਭਰੋਸਾ ਹੈ। ਤੁਹਾਡੇ ਵਾਸਤੇ ਬਾਜ਼ਾਰ ਜਾਂਦੇ ਹੋ ਤੁਸੀਂ, ਤੁਹਾਨੂੰ ਪ੍ਰੋਡਕਟ ਲੈਣਾ ਹੁੰਦਾ ਹੈ, ਪਰ ਤੁਹਾਨੂੰ ਆਪਣੀ ਸਮੱਸਿਆ ਜਿਹੜੀ ਹੈ ਉਹਦਾ ਸਮਾਧਾਨ ਹੋਣਾ ਜ਼ਰੂਰੀ ਹੈ। ਉਹ ਕਿਸੇ ਕੰਪਨੀ ਦਾ ਪ੍ਰੋਡਕਟ ਹੋਵੇ। ਅਤੇ ਸੁਮੀਟੋਮੋ ਦਾ ਹਮੇਸ਼ਾ ਇਹ ਰਿਹਾ ਕਿ ਉੱਚਤਮ ਕੁਆਲਿਟੀ ਉੱਚੀ ਕੁਆਲਿਟੀ ਤਿਆਰ ਕਰੋ। ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਆਪਾਂ ਤੁਹਾਡਾ, ਕਿਉਂਕਿ ਇਹ ਸਾਡਾ ਰਿਸ਼ਤਾ ਬਣਾਉਂਦਾ ਹੈ। ਇਹ ਤੁਹਾਡਾ ਜਿਹੜਾ ਵਿਸ਼ਵਾਸ ਹੈ ਇਹ ਪ੍ਰੋਡਕਟ ਨੇ ਸਾਡਾ ਤਿਆਰ ਕਰਨਾ, ਇਹ ਤੁਹਾਡਾ ਭਰੋਸਾ ਹੈ ਕਿ ਜਿਹੜੀ ਤੁਹਾਡੇ ਖੇਤ ਦੀ ਸਮੱਸਿਆ ਹੈ ਇਹਨੂੰ ਕਿਵੇਂ ਸੋਲਵ ਕਰਨਾ, ਤੁਹਾਡੇ ਵਾਸਤੇ ਇਹ ਭਰੋਸਾ ਹੈ। ਉਹ ਤੁਹਾਡਾ ਜਿਹੜਾ ਭਰੋਸਾ ਹੈ ਅਸੀਂ ਤਾਂ ਜਿੱਤ ਸਕਦੇ ਹਾਂ ਜੇ ਤੁਹਾਨੂੰ ਅਸੀਂ ਚੰਗਾ ਕੁਆਲਿਟੀ ਚੰਗਾ ਪ੍ਰੋਡਕਟ ਤੁਹਾਨੂੰ ਦਈਏ। ਆਪਾਂ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਕੰਪਨੀ ਦੇ
ਕਿਸੇ ਵੀ ਨੁਮਾਇੰਦੇ ਨਾਲ, ਰਿਪਰੈਜ਼ੈਂਟੇਟਿਵ ਨਾਲ ਗੱਲ ਕਰ ਸਕਦੇ ਹੋ, ਸਾਡੇ ਡੀਲਰ ਸਾਹਿਬਾਨ ਨਾਲ, ਸਾਡੇ ਡਿਸਟਰੀਬਿਊਟਰ ਸਾਹਿਬਾਨ ਨਾਲ ਗੱਲ ਕਰ ਸਕਦੇ ਹੋ। ਸਾਡੀ ਵੈਬਸਾਈਟ ਜਿਹੜੀ ਹੈ, ਤੁਸੀਂ Sumitomo ਦਾ ਹੈਗਾ sumicam.co www.sumicam.co.in ਤੁਸੀਂ ਜਾਓ, ਸਾਡੇ ਸਾਰੇ ਪ੍ਰੋਡਕਟ, ਸਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਵੈਬਸਾਈਟ 'ਤੇ ਮਿਲੇਗੀ। ਅਸੀਂ ਤੁਹਾਡੇ ਵਾਸਤੇ ਹਾਂ, ਤੁਹਾਡੇ ਨਾਲ ਖੜ੍ਹੇ ਹਾਂ। ਅਤੇ ਇਹ ਕਹਿੰਦੇ ਹੋਏ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ। ਮੈਨੂੰ ਪਤਾ ਤੁਸੀਂ ਰੋਟੀ ਖਾਣ ਘਰ ਆਏ ਹੋ, ਤੁਸੀਂ ਵਾਪਸ ਮੁੜ ਖੇਤ ਜਾਣਾ ਹੈ, ਅਜੇ ਕੱਦੂ ਵੀ ਕਰਨਾ, ਅਜੇ ਪਾਣੀ ਵੀ ਲਾਉਣਾ ਆਪਾਂ, ਅਤੇ ਤੁਹਾਡਾ ਬਹੁਤਾ ਟਾਈਮ ਨਹੀਂ ਲਊਂਗਾ। ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ, ਤੁਹਾਡਾ ਬਹੁਤ ਬਹੁਤ ਆਭਾਰੀ ਹਾਂ। ਸਤਿ ਸ਼੍ਰੀ ਅਕਾਲ।